पंजाब के अंदर भखदे मसलियां ते समय समय ते आपां गलबात करते रहने। एक मसला हल नहीं हुंदा, दूसरा मसला सामने आके खड़ जाता है। नित नवे मसले ने जो सरकारां किन्नियां क गंभीर ने, अज आपां उन्हां भखदे मसलियां ते गलबात करांगे। साडे नाल मौजूद ने लोक इंसाफ पार्टी के कौमी सीनियर मीत प्रधान ते हल्का संगरूर के हल्का इंचार्ज तरविंदर सिंह मान। आप गलबात करते हैं। मान साहब, स्वागत है तुहाडा। थैंक यू सो मच गुरविंदर। मान साहब, एक मसला हल नहीं होता, दूसरा मसला खड़ा हो जाता है। कांग्रेस सरकार के 5 सालों चों 6 महीने बाकी रह गए ने। किवें लगदा है सरकार की सारी कारगुजारी? की लग रहा है तुहानूं? गुरविंदर जी, मेरे नालों ज़्यादा तुसीं लोकां नूं जाके पुछो ना। किसी गली मुहल्ले किसी सत्त च बैठे लोगों नूं हुण अगे जाके माइक करो तो लोग तुहानूं दसणगे सरकार की परफॉर्मेंस की है जी। ये लग रहा है जिवें पिछले 10 साल अकाली भाजपा की वो एक्सटेंडेड गवर्नमेंट, लोग बादलों तो तपे हुए लोगों ने कैप्टन साहब नूं मौका दिता सी, तो ये लग रहा जिवें सरकार कांग्रेस की है पर जिहड़ा शासन है अकाली भाजपा वाला चल रहा है। सारे मुद्दे जिउंदे त्यों ने, चाहे वह बेअदबी का, चाहे वह माइनिंग का, चाहे वह कोई दूजे तीजे माफिया, सारे सेम उस स्पीड से समका उन्होंने स्पीड पहला तो भी थोड़ी बहुत बढ़ गई जी। सो हालात जिउंदे त्यों बने हुए हैं। ये लग रहा है जिवें अकाली दल की एक्सटेंडेड गवर्नमेंट चल रही है 4.5 साल तो लोग ज़्यादा मेरे नालों होर भी ज़्यादा बैटर दसणगे, क्योंकि ਜਿਹੜੇ ਲੋਕਾਂ ਨਾਲ ਧੱਕੇਸ਼ਾਹੀਆਂ ਹੁੰਦੀਆਂ ਨਾ, ਤੁਹਾਨੂੰ ਕੱਲਾ ਕੱਲਾ ਬੰਦਾ ਧੱਕੇਸ਼ਾਹੀਆਂ ਗਣਾਊਗਾ ਤੁਸੀਂ ਹਲਕੇ 'ਚ ਜਾਂ ਪੰਜਾਬ 'ਚ ਜਾ ਕੇ। ਮਾਨ ਸਾਹਿਬ, ਕੀ ਲੱਗਦਾ ਹੈ ਵਾਅਦੇ ਜਿਹੜੇ ਸਿਆਸੀ ਪਾਰਟੀਆਂ ਕਰਦੀਆਂ ਨੇ, ਆਮ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਨੇ, ਹੁਣ ਆਮ ਲੋਕ ਇਹ ਵੀ ਕਹਿਣ ਲੱਗੇ ਨੇ ਕਿ ਇੱਕ ਕਾਨੂੰਨੀ ਰੂਪ ਮਿਲੇ। ਜੋ ਵੀ ਸਿਆਸੀ ਪਾਰਟੀ ਆਮ ਜਨਤਾ ਨਾਲ ਵਾਅਦੇ ਕਰਦੀ ਹੈ ਉਸ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ। ਤੁਹਾਨੂੰ ਕੀ ਲੱਗਦਾ ਕਾਂਗਰਸ ਪਾਰਟੀ ਨੇ ਜੋ ਵਾਅਦੇ ਕੀਤੇ ਲੋਕਾਂ ਨਾਲ, ਘਰ ਘਰ ਨੌਕਰੀ ਦਾ ਵਾਅਦਾ ਕੀਤਾ, ਹੋਰ ਵਾਅਦੇ ਕੀਤੇ ਨੇ, ਕਿਵੇਂ ਲੱਗਦਾ ਹੈ? ਜਿਹੜਾ ਇਹਨੂੰ ਇੱਕ ਸਰਕਾਰੀ ਡਾਕੂਮੈਂਟ ਬਣਾਉਣ ਦੀ ਗੱਲ ਹੋ ਰਹੀ ਹੈ, ਬੜੇ ਲੋਕਾਂ ਨੇ ਪਟੀਸ਼ਨਸ ਵੀ ਮੇਰੇ ਖਿਆਲ ਦਾਇਰ ਕੀਤੀਆਂ। ਇਹ ਜਿਹੜੇ ਵਾਅਦੇ ਆ ਨਾ, ਇੱਕ ਪਾਰਟੀ ਨਹੀਂ ਕਰਦੀ। ਇਹ ਸਾਡੇ ਦੇਸ਼ ਦੇ ਵਿੱਚ ਇੱਕ ਪਰੰਪਰਾ ਬਣ ਚੁੱਕੀ ਹੈ। ਜਿਹੜੀ ਵੀ ਪਾਰਟੀ ਆਉਂਦੀ ਹੈ ਤੇ ਝੂਠ ਦੀ ਬੁਨਿਆਦ ਦੇ ਸਿਰ ਤੇ, ਇੱਕ ਤੁਸੀਂ ਹੋਰ ਦੇਖੋ, ਜਦੋਂ ਮੈਨੀਫੈਸਟੋ ਲਾਂਚ ਕਰਦੇ ਆ ਤਾਂ ਉਹਦੇ 'ਚ ਕੋਈ 5-10 ਵਾਅਦੇ ਨਹੀਂ ਹੁੰਦੇ। ਉਹ 'ਚ ਵਾਅਦਾ ਕੀਤਾ ਜਾਂਦਾ 200, 300, 500 ਵਾਅਦੇ ਕੀਤੇ ਜਾਂਦੇ। ਸੋ ਇੰਨੇ ਵਾਅਦੇ ਕਰ ਦਿੱਤੇ ਜਾਂਦੇ ਆ ਵਿੱਚ ਕੋਈ ਬੰਦਾ ਵੀ ਉਹਨਾਂ ਨੇ ਛੱਡਣਾ ਨਹੀਂ ਹੁੰਦਾ। ਜਿਹੜੇ ਸਿਆਸੀ ਮਾਰ ਬੈਠ ਕੇ ਜਦੋਂ ਡਿਜ਼ਾਈਨ ਕਰਦੇ ਆ ਮੈਨੀਫੈਸਟੋ ਪਾਰਟੀ ਦਾ। ਸੋ ਹੁਣ ਇੱਕ ਪਾਰਟੀ 5 ਸਾਲਾਂ ਦੇ ਵਿੱਚ 500 ਵਾਅਦੇ ਕਦੇ ਨਹੀਂ ਪੂਰੇ ਕਰ ਸਕਦੀ। ਜੇ ਮੈਂ ਸੋਚਾਂ, ਮੈਂ ਕਹਾਂ ਵੀ ਮੈਂ ਕੋਈ 5 ਸਾਲਾਂ ਦੇ ਵਿੱਚ 500 ਵਾਅਦੇ ਪੂਰੇ ਕਰ ਦੂੰਗਾ, ਨਹੀਂ ਹੋ ਸਕਦਾ। ਕੋਈ ਵੀ ਪਾਰਟੀ ਆ, ਕੋਈ ਵੀ ਲੀਡਰ ਨਹੀਂ ਕਰ ਸਕਦਾ। ਸੋ ਇੱਕ ਚਲਣ ਬਣ ਚੁੱਕਿਆ ਪੂਰੇ ਦੇਸ਼ ਦੇ ਵਿੱਚ। ਕੋਈ ਵੀ ਪੋਲੀਟੀਕਲ ਪਾਰਟੀ ਇਹੀ ਰਵਾਇਤ ਉਹਨਾਂ ਨੇ ਤੋਰੀ ਹੋਈ। ਪਰ ਪਿਛਲੇ ਵਾਰ ਮੈਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ, ਜਦੋਂ 17 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਲੋਕ ਇੰਸਾਫ ਪਾਰਟੀ ਨੇ ਬਿਲਕੁਲ 10 ਕੁ ਵਾਅਦਿਆਂ ਦਾ ਇੱਕ ਮੈਨੀਫੈਸਟੋ ਜਾਰੀ ਕੀਤਾ। ਇੱਕ ਵੈਸ ਸਾਹਿਬ ਨੇ ਬੜਾ ਕਲੀਅਰ ਕਿਹਾ ਸੀ, ਕਿਉਂਕਿ ਇੱਕ ਤਾਂ ਜਦੋਂ 500 ਵਾਅਦੇ ਤੁਸੀਂ ਕਿਸੇ ਨਾਲ ਕਰ ਰਹੇ ਹੋ ਤਾਂ ਡੈਫੀਨੇਟਲੀ ਲੋਕਾਂ ਦੇ ਉਹ 500 ਵਾਅਦਾ ਕਿਸੇ ਦੀ ਯਾਦ ਨਹੀਂ ਰਹਿੰਦਾ। तो सरकारों को एक लूप होल मिल जाते हैं निकलने वास्ते, जो बच के निकल जाते हैं। हुण मनप्रीत बादल का बड़ा एक शर्मनाक बयान मैं थोड़े दिन पहला देखा जी, जो एक बड़ी परसेंट कह रहे असं 80-90% वादे पूरे करते, जबकि लोगों को जाके पूछो तो एक भी वादा पूरा नहीं होया। पर जो वादे की गल कर रहे हो ऐसे लिफाफे वाले वादे आ जिन्हों का पूरा होना या ना होने किसी को फर्क नहीं पैंदा। ਜਿਹੜੇ ਵੱਡੇ ਮੁੱਦੇ ਆ, ਚਾਹੇ ਉਹ ਬੇਰੁਜ਼ਗਾਰੀ ਦਾ, ਚਾਹੇ ਉਹ ਬੇਅਦਬੀ ਦਾ, ਚਾਹੇ ਉਹ ਡਰੱਗਸ ਦਾ, ਚਾਹੇ ਉਹ ਕੋਈ ਲੈਂਡ ਸੈਂਡ ਮਾਫੀਆ ਜਿਹੜਾ ਸਟੇਟ ਦੇ ਵਿੱਚ ਮਹਿੰਗਾਈ, ਉਹ ਜਿਹੜੇ ਮੁੱਦੇ ਆ ਉਹ ਜਿਉਂਦੇ ਤਿਉਂ ਨੇ ਜੀ। ਉਹਨਾਂ 'ਚ ਕੋਈ ਸੁਧਾਰ ਨਹੀਂ ਹੋਇਆ। ਬਟ ਜਿਹੜੀ ਸਰਕਾਰ ਉਹ ਦਾਅਵੇ 80-90% ਦੇ ਕਰ ਰਹੀ ਹੈ। ਸੋ ਐਸੇ ਜਿਹੜੀ ਇਹ ਰਾਜਨੀਤੀ ਆ, ਇਹਨੂੰ ਰੋਕਣ ਵਾਸਤੇ ਲੋਕ ਇੰਸਾਫ ਪਾਰਟੀ ਨੇ ਕਦਮ ਚੁੱਕਿਆ ਸੀ। ਇੱਕ ਬਹੁਤ ਸਿੰਪਲ ਤੇ ਸੰਖੇਪ 'ਚ ਇੱਕ ਮੈਨੀਫੈਸਟੋ ਜੀ 8-10 ਵਾਅਦੇ, ਇੱਕ ਤਾਂ ਉਹਨਾਂ ਨਾਲ ਹਰ ਬੰਦੇ ਦੇ ਵਾਅਦਾ ਯਾਦ ਹੁੰਦਾ ਵੀ ਯਾਰ ਪਾਰਟੀ ਨੇ ਵਾਅਦਾ ਕੀਤਾ। ਤੇ ਦੂਸਰਾ, ਤੁਸੀਂ 5 ਸਾਲ ਬਾਅਦ ਲੋਕਾਂ ਨੂੰ ਜਵਾਬਦੇ ਹੋਵੋਗੇ।
ਜਦੋਂ ਤੁਸੀਂ ਵੱਡੇ 8-10 ਵਾਅਦੇ ਹੀ ਕਰ ਰਹੇ ਹੋ। ਹੁਣ ਮੈਂ ਕੋਈ ਇਦਾਂ ਦੇ ਵਾਅਦੇ ਬਣਾਈ ਜਾਈਏ ਵੀ ਇੱਕ ਹਲਕੇ 'ਚ ਅਸੀਂ 100 ਦਰਖਤ ਲਾਵਾਂਗੇ ਜੀ, ਅਸੀਂ ਜੀ ਹਲਕੇ ਦੇ ਵਿੱਚੋਂ ਕੂੜਾ ਕਰਕਟ ਖਤਮ ਕਰ ਦਿਆਂਗੇ ਜੀ, ਐਸੇ ਵਾਅਦੇ ਬਣਾਉਣ ਨਾਲ ਇਹ ਗਰਾਊਂਡ ਤੇ ਕੁਝ ਨਹੀਂ ਹੁੰਦਾ। ਹੁਣ 100 ਦਰਖਤ ਇੱਕ ਹਲਕੇ ਦੇ ਵਿੱਚ ਤੁਸੀਂ, ਇਹ ਸਰਕਾਰ ਦਾ ਕੰਮ ਥੋੜਾ, ਇੰਨੇ ਕੰਮ ਤਾਂ ਐਨਜੀਓਸ ਕਰ ਦਿੰਦੀਆਂ, ਗਵਰਨਮੈਂਟ ਦੇ ਕੰਮ ਹੁੰਦੇ, ਵੱਡੇ ਜਿਹੜੇ ਮੁੱਦੇ ਆ ਉਹਨਾਂ ਨੂੰ ਸੋਲਵ ਕਰਕੇ ਦੇਣਾ। ਸੋ ਇਦਾਂ ਦੇ ਇੱਕ ਜਿਹੜਾ ਮੈਨੀਫੈਸਟੋ ਆ, ਲੋਕਾਂ ਨੂੰ ਚਾਹੀਦਾ ਐਸੀ ਪਾਰਟੀ ਦਾ ਸਾਥ ਦੇਣ ਜਿਹੜੇ ਸੰਖੇਪ ਮੋਟਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਈਏ ਵਾਅਦੇ ਕਰਨ ਤੇ ਉਹਨਾਂ ਨੂੰ ਪੂਰਾ ਕਰਨ। ਸੋ ਮਾਨ ਸਾਹਿਬ ਬਿਲਕੁਲ ਲੇਟੈਸਟ ਅਪਡੇਟ ਤੁਹਾਨੂੰ ਆਪਾਂ ਵਿਚਾਰ ਕਰਦੇ ਹਾਂ। ਸੋਸ਼ਲ ਮੀਡੀਆ ਤੇ ਵੀ ਆ ਰਹੀ ਹੈ ਨਿਊਜ਼, ਆ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਤੇ ਸੂਚਨਾ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਕੁਝ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਸ਼ਾਮਲ ਹੋਣ ਜਾ ਰਹੇ ਨੇ। ਇੱਕ ਚੰਗੇ ਅਫਸਰ ਸੀ ਕੁੰਵਰ ਵਿਜੇ ਪ੍ਰਤਾਪ ਤੇ ਸਿੱਟ ਕਿਉਂਕਿ ਕਿਸੇ ਮੁਕਾਮ ਤੇ ਨਹੀਂ ਪਹੁੰਚੀ, ਤੁਹਾਨੂੰ ਕਿਵੇਂ ਲੱਗਦਾ ਹੈ? ਗੁਰਵਿੰਦਰ ਜੀ, ਹਰ ਬੰਦੇ ਦੇ ਆਪਣੇ ਵਿਊਜ਼ ਹੁੰਦੇ ਆ। ਹੋ ਸਕਦਾ ਕਈ ਲੋਕਾਂ ਨੂੰ ਕੁੰਵਰ ਵਿਜੇ ਪ੍ਰਤਾਪ ਬੜਾ ਜੀਨੀਅਸ, ਬੜਾ ਓਨੈਸਟ ਲੱਗਦਾ ਹੋਵੇ, ਮੈਨੂੰ ਵੀ ਲੱਗਦਾ ਸੀ। ਮੈਂ ਜਦੋਂ ਇੱਕ ਉਹਦੀ ਪਹਿਲਾਂ ਇੱਕ ਪਰਸੈਪਸ਼ਨ ਬਿਲਡ ਕੀਤੀ ਗਈ ਸੀ ਕਿ ਬੜਾ ਓਨੈਸਟ, ਇਮਾਨਦਾਰ ਬੰਦਾ ਲਾਇਆ ਗਿਆ ਇਸ ਸਿਸਟਮ ਮੁੱਦੇ ਨੂੰ ਹੱਲ ਕਰਨ ਵਾਸਤੇ। ਪਰ ਜਿਹੜਾ ਪਿਛਲੇ ਦਿਨੀ ਜਦੋਂ ਹਾਈ ਕੋਰਟ ਉਸ ਸਿੱਟ ਦੀ ਕੀਤੀ ਹੋਈ ਇਨਵੈਸਟੀਗੇਸ਼ਨ ਨੂੰ ਰੱਦੀ ਦੀ ਟੋਕਰੀ ਚ ਮਾਰਦਾ, ਸੋ ਉਹ ਔਰ ਜੋ ਤਰਕ ਹਾਈ ਕੋਰਟ ਨੇ ਦਿੱਤੇ ਉਹਦੇ ਬਹੁਤ ਉਹਨਾਂ ਨੇ ਕਲੀਅਰ ਕਿਹਾ ਕਿ ਇਹ ਸਿੱਟ ਦੀ ਰਿਪੋਰਟ ਇਸ ਤਰੀਕੇ ਲੱਗਦੀ ਹੈ ਜਿਵੇਂ ਕਿਸੇ ਫਿਲਮ ਦੀ ਕਹਾਣੀ ਲਿਖੀ ਗਈ ਹੋਵੇ। ਇਹ ਬਹੁਤ ਵੱਡਾ ਜਿਹੜਾ ਜ਼ਿਕਰ ਅਕਸ਼ੇ ਕੁਮਾਰ ਦਾ ਕੀਤਾ ਗਿਆ, ਬਹੁਤ ਵੱਡਾ ਜਿਹੜਾ ਜ਼ਿਕਰ ਹੈ ਉਹ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਦਾ ਕੀਤਾ ਗਿਆ, ਜਦਕਿ ਜਿੰਨਾ ਵੱਡਾ ਉਹਨੂੰ ਉਸ ਚੀਜ਼ ਦੇ ਉੱਪਰ ਜ਼ੋਰ ਲਾਇਆ ਗਿਆ, ਮੁੱਦਾ ਬਹੁਤ ਕਲੀਅਰ ਸੀਗਾ ਕਿਹੜੇ ਬੰਦਿਆਂ ਨੇ ਬੇਅਦਬੀ ਕੀਤੀ, ਉਹਨਾਂ ਦੇ ਕੀ ਐਕਸ਼ਨ ਕੀਤਾ ਗਿਆ, ਔਰ ਜਿਹੜਾ ਬਹਿਬਲ ਕਲਾਂ ਗੋਲੀकांड ਹੋਇਆ ਉਹ 'ਚ ਕਿਹੜੇ ਬੰਦਿਆਂ ਨੇ ਜਿਹੜੀ ਆ ਸੰਗਤ ਦੇ ਜਿਹੜੀ ਜਾਪ ਕਰ ਰਹੀ ਸੰਗਤ ਦੀ ਉਹਦੇ ਗੋਲੀ ਚਲਾਈ, ਤੇ ਉਹ ਕਿਹੜੇ ਪੁਲਿਸ ਵਾਲੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਕਿਹਨੇ ਹੁਕਮ ਦਿੱਤਾ, ਉੱਪਰ ਤੱਕ ਜਿਵੇਂ ਪੰਜਾਬ ਦਾ ਬੱਚਾ ਕਹਿੰਦਾ ਬਾਦਲਾਂ ਦਾ ਹੁਕਮ ਹੋਇਆ। ਪਹਿਲਾਂ ਜਿਹੜੇ ਕਮਿਸ਼ਨ ਦੀਆਂ ਰਿਪੋਰਟਸ ਆਈਆਂ ਉਹ ਬਹੁਤ ਸਾਰੇ ਇਹੋ ਜਿਹੇ ਤੱਥ ਸਾਹਮਣੇ ਆਇਆ ਕਿ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੀਆਂ ਕਾਲਸ ਹੋਈਆਂ, ਸੁਮੇਲ ਸੈਣੀ ਦਾ ਨਾਮ ਬੋਲਦਾ, ਹੋਰ ਵੱਡੇ ਅਫਸਰਾਂ ਦੇ ਨਾਮ ਬੋਲਦੇ ਆ, ਉਹਨਾਂ ਦਾ ਜ਼ਿਕਰ ਹੀ ਨਹੀਂ ਕੀਤਾ। ਕੁੰਵਰ ਵਿਜੇ ਪ੍ਰਤਾਪ ਨੇ, ਮਤਲਬ ਮੈਨੂੰ ਇਹ ਲੱਗਦਾ, ਹੋ ਸਕਦਾ ਮੈਂ ਕਈ ਲੋਕਾਂ ਨੂੰ ਮੇਰੀ ਗੱਲ ਨਹੀਂ ਸਹੀ ਲੱਗੇ, ਪਰ ਮੈਨੂੰ ਇਹ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਡੰਮੀ ਜਾਂਚ ਕੀਤੀ ਹੈ ਔਰ ਗੋਲਡਨ ਟਾਈਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇੱਕ ਸਿੱਖ ਕੌਮ ਦਾ ਸੁਨਹਿਰੀ ਸਮਾਂ ਸੀਗਾ ਜਦੋਂ ਇਹ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਲਾਖਾਂ ਵਿੱਚ ਪਹੁੰਚਾਇਆ ਜਾ ਸਕਦਾ ਸੀ। ਪਰ ਉਹਨੇ ਉਹ ਸਾਰਾ ਸਮਾਂ ਇੱਕ ਮਨਘੜਤ ਕਹਾਣੀ ਵਰਗੀ ਸਕ੍ਰਿਪਟ ਬਣਾ ਕੇ ਇੱਕ ਸਿੱਖ ਦੀ ਰਿਪੋਰਟ ਪੇਸ਼ ਕਰਤੀ। ਉਹਨੇ ਬਹੁਤ ਵੱਡਾ, ਮੈਨੂੰ ਇਹ ਲੱਗਦਾ ਕਿ ਬਹੁਤ ਗਲਤ ਕੀਤਾ। ਮੈਨੂੰ ਕੁੰਵਰ ਵਿਜੇ ਪ੍ਰਤਾਪ ਕੋਈ ਬਹੁਤ ਅੱਛਾ ਅਫਸਰ ਨਹੀਂ ਲੱਗਦਾ, ਹੋ ਸਕਦਾ ਕਈਆਂ ਨੂੰ ਲੱਗਦਾ ਹੋਵੇ। ਉਹਨੇ ਸਿੱਖ ਕੌਮ ਨਾਲ ਉਹਨੇ ਜਿਹੜਾ ਦਗਾ ਕਮਾਇਆ, ਮੈਨੂੰ ਇਹ ਪਰਸਨਲੀ ਫੀਲ ਨਹੀਂ। ਮਾਨ ਸਾਹਿਬ ਇੱਕ ਹੋਰ ਵੀ ਗੱਲ ਸੋਚਣ ਵਾਲੀ ਹੈ, ਕਿਉਂਕਿ ਸੋਸ਼ਲ ਮੀਡੀਆ ਹੁਣ ਆਮ ਜਿਹੜੀਆਂ ਗੱਲਾਂ ਨੇ ਸੋਸ਼ਲ ਮੀਡੀਆ ਤੇ ਹੁੰਦੀਆਂ ਨੇ ਕਿ ਇਸ ਸਿੱਟ ਦੀ ਜ਼ਰੂਰਤ ਸੀ ਜਾਂ ਨਹੀਂ ਸੀ, ਸਰਕਾਰਾਂ ਕੀ ਸੋਚਦੀਆਂ ਨੇ। ਇੱਕ ਬੰਦੇ ਮਾਰੇ ਗਏ ਨੇ, ਉਹ ਕੈਮਰੇ ਦੇ ਵਿੱਚ ਰਿਕਾਰਡ ਹੈ, ਕੌਣ ਗੋਲੀ ਚਲਾ ਸਕਦਾ ਹੈ, ਕੌਣ ਨਹੀਂ ਚਲਾ ਸਕਦਾ। ਸਰਕਾਰਾਂ ਤੋਂ ਕੀ ਰੁਕਿਆ, ਇੰਨੀ ਲੰਬੀ ਗੱਲ ਖਿੱਚੀ ਜਾਣੀ, 4-4.5 ਸਾਲ ਹੋ ਗਏ ਤੇ ਲੋਕਾਂ ਨੂੰ ਕੁਝ ਨਹੀਂ ਪ੍ਰਾਪਤ ਹੋਇਆ। 4-4.5 ਸਾਲ, 7 ਸਾਲ ਦੇ ਕਰੀਬ ਸਮਾਂ ਜੀ। 7 ਸਾਲਾਂ ਤੋਂ ਪਹਿਲਾਂ ਜੋਰਾ ਸਿੰਘ ਕਮਿਸ਼ਨ ਬਣਦਾ, ਫਿਰ ਸੈੱਟ, ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ, ਫਿਰ ਸੈੱਟ, ਹੁਣ ਫਿਰ ਸੈੱਟ। ਇੰਨੀਆਂ ਸੈੱਟਾਂ ਬੇਸੈੱਟਾਂ ਨਿਕਲ ਗਈਆਂ, 2 ਕਮਿਸ਼ਨ, 3-4 ਸੈੱਟਾਂ, ਰਿਜ਼ਲਟਸ ਫਿਰ ਵੀ 0। ਕਿਉਂ? ਜਦ ਕਿ ਮੇਰਾ ਮੰਨਣਾ ਜੇ ਇਸ ਮੁੱਦੇ ਨੂੰ ਹੱਲ ਕਰਨਾ ਹੁੰਦਾ ਤਾਂ ਇੱਕ ਥਾਣੇ ਦਾ SHO ਕਰ ਸਕਦਾ। ਕੀ ਗੱਲ, ਪੁਲਿਸ ਦੇ ਜਿਹੜੇ ਆਫੀਸਰਸ ਨੇ ਉਹ ਆਇਡੈਂਟੀਫਾਈ ਹੋ ਚੁੱਕਿਆ ਕਿਹੜੇ ਬੰਦੇ ਨੇ ਗੋਲੀ ਚਲਾਈ ਹੈ। ਉਹ ਕਿਉਂਕਿ ਪੁਲਿਸ ਨੂੰ ਇਹ ਕੋਈ ਗੈਂਗਸਟਰ ਤਾਂ ਹੈ ਨਹੀਂ, ਪੁਲਿਸ ਕੋਲ ਤਾਂ ਗੋਲੀਆਂ ਦਾ ਹਿਸਾਬ ਤਾਂ ਪੂਰਾ, ਗਨਸ ਦੀ ਰਿਪੋਰਟ ਨਿਕਲਦੀ ਹੈ, ਫੋਰੈਂਸਿਕ ਜਾਂਚ ਹੋਈ ਕਿਹੜੇ ਗਨਸ ਦੇ ਵਿੱਚੋਂ ਗੋਲੀਆਂ ਚੱਲੀਆਂ, ਕਿਹੜੇ ਬੰਦੇ ਅਲਾਟ ਹੋਈਆਂ ਸੀ, ਬੰਦੇ ਆਇਡੈਂਟੀਫਾਈ। ਔਰ ਵੱਡੀ ਗੱਲ ਦੇਖੋ, ਕਤਲ ਦਾ ਮਾਮਲਾ ਦਰਜ ਹੁੰਦਾ 302 ਦਾ, ਸਾਰੇ ਪੁਲਿਸ ਅਫਸਰਾਂ ਨੂੰ ਹੁਣ ਤੱਕ ਜਿਹੜੀ ਜਮਾਨਤ ਮਿਲ ਚੁੱਕੀ, ਇੱਕ ਵੀ ਪੁਲਿਸ ਵਾਲਾ ਅੰਦਰ ਨਹੀਂ ਹੈਗਾ। ਸੋ ਇੱਥੋਂ ਪਤਾ ਲੱਗਦਾ ਨਾ ਕਿ ਜਿਹੜੀ ਹੈ ਪਿੱਛੇ ਮਿਲੀ ਭੁਗਤ ਹੈ, ਇਸ ਮੁੱਦੇ ਨੂੰ ਜਾਣ ਬੁੱਝ ਕੇ ਖਰਾਬ ਕੀਤਾ ਜਾ ਰਿਹਾ, ਕਿਉਂਕਿ ਸਾਡਾ ਸਿੱਖਾਂ ਦਾ ਬਹੁਤ ਵੱਡਾ ਸਿਸਟਮ ਮੁੱਦਾ ਹੈ।
ਅਸੀਂ ਹਰੇਕ ਚੀਜ਼ ਨਾਲ ਸਮਝੌਤਾ ਕਰ ਸਕਦੇ ਹਾਂ, ਪਰ ਗੁਰੂ ਤੋਂ ਉੱਪਰ ਕੁਛ ਨਹੀਂ। ਸਾਡੇ ਲਈ ਗੁਰੂ ਸਭ ਤੋਂ ਉੱਪਰ ਹੈ, ਸਾਡੀ ਜਾਨ ਤੋਂ ਵੀ ਉੱਪਰ ਸਾਡਾ ਗੁਰੂ ਹੈ। ਸੋ ਉਸ ਮੁੱਦੇ ਨੂੰ ਇਸ ਤਰੀਕੇ ਖਰਾਬ ਕੀਤਾ ਇਹਨਾਂ ਨੇ, ਕਦੇ ਉਹਨੂੰ ਅਪ ਕਰ ਦਿੰਦੇ ਆ ਫਿਰ ਡਾਊਨ, ਤਾਂ ਕਿ ਲੋਕਾਂ ਨੂੰ ਇਹ ਲੱਗਣ ਲੱਗ ਜਾਏ ਵੀ ਲੋਕ ਨਿਰਾਸ਼ ਹੋ ਜਾਣ, ਲੋਕਾਂ ਨੂੰ ਇਹ ਲੱਗਣ ਲੱਗ ਜਾਏ ਕਿ ਇਸ ਮੁੱਦੇ ਦਾ ਕਦੇ ਹੱਲ ਨਹੀਂ ਹੋਣਾ, ਤੇ ਬਾਰ-ਬਾਰ ਇਹ ਜਿਹੀਆਂ ਗੰਦੀਆਂ ਚਾਲਾਂ ਜਿਹੜੀਆਂ ਗਵਰਨਮੈਂਟਸ ਵੱਲੋਂ ਚਲੀਆਂ ਜਾਂਦੀਆਂ। ਮਾਨ ਸਾਹਿਬ ਉਹੀ ਅਫਸਰ, ਤੁਸੀਂ ਵੀ ਸਵਾਲ ਖੜੇ ਕੀਤੇ, ਹੋਰ ਵੀ ਸਵਾਲ ਜਿਹੜੇ ਲੋਕ ਨੇ ਖੜੇ ਕਰਦੇ ਨੇ। ਹੁਣ ਇਹੀ ਆਫੀਸਰ ਨੇ ਜਿਹੜੇ ਇਹ ਸਿਆਸਤ ਦੇ ਵਿੱਚ ਆ ਰਹੇ ਨੇ ਤੇ ਪਾਰਟੀ ਵੀ ਚੁਣ ਰਹੇ ਨੇ, ਆਮ ਆਦਮੀ ਪਾਰਟੀ। ਕੀ ਸਮਝਦੇ ਹੋ ਭਾਜਪਾ ਦੇ ਆਗੂਆਂ ਦਾ ਵੀ ਜਿਹੜਾ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲ ਜਾ ਰਹੇ ਨੇ, ਉਹਦੇ ਬਾਰੇ ਕੀ ਸੋਚਦੇ? ਬੱਚਾ ਅੱਜ ਪੰਜਾਬ ਦਾ ਜਾਣਦਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਕੋਈ ਟੀਮ ਹੈ। ਜਿੱਥੇ ਬੀਜੇਪੀ ਨੇ ਆਪ ਗਰੋ ਕਰਨਾ ਹੁੰਦਾ, ਪਹਿਲਾਂ ਆਮ ਆਦਮੀ ਪਾਰਟੀ ਨੂੰ ਭੇਜਿਆ ਜਾਂਦਾ ਤਾਂ ਕਿ ਜਿਹੜੀ ਸੈਕੂਲਰ ਵੋਟ ਆ ਉਹ ਕਾਂਗਰਸ ਦੀ ਡਿਵਾਈਡ ਕਰਦੇ। ਮੈਂ ਸਿਰਫ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਮੈਂ ਬਾਕੀ ਸੂਬਿਆਂ 'ਚ ਵੀ ਇਹੀ ਸਟ੍ਰੈਟਜੀ, ਸੇਮ ਸਟ੍ਰੈਟਜੀ ਹੈ ਜਿਹੜੀ ਬਣਾਈ ਜਾ ਰਹੀ ਹੈ। ਬੀਜੇਪੀ ਪੰਜਾਬ ਦੇ ਵਿੱਚ, ਬੀਜੇਪੀ ਨੂੰ ਪਤਾ ਵੀ ਹੁਣ ਸਾਡਾ ਕੁਛ ਨਹੀਂ ਵੱਡੀ। ਬੀਜੇਪੀ ਦੇ 117 ਉਮੀਦਵਾਰ ਦੇ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਇਹ ਗੱਲ। 117 ਦੇ 117 ਉਮੀਦਵਾਰਾਂ ਦੀਆਂ ਬੀਜੇਪੀ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਸੈਂਕੜਿਆਂ ਦੀ ਵੋਟ ਨਿਕਲੂਗੀ, ਕੋਈ 500 ਵੋਟ ਐਮਐਲਏ ਨੂੰ। ਇਹ ਹਾਲਾਤ ਹੋਣ ਜਾ ਰਿਹਾ ਆਉਣ ਵਾਲੀਆਂ ਚੋਣਾਂ ਦੇ। ਸੋ ਹੁਣ ਬੀਜੇਪੀ ਜਿਹੜੇ ਆਪਣੇ ਲੀਡਰ ਨੇ, ਉਹਨਾਂ ਨੂੰ ਜੇ ਹੁਣ ਏ ਟੀਮ ਫੇਲ ਹੋ ਗਈ ਬੀਜੇਪੀ, ਤਾਂ ਹੁਣ ਬੀ ਟੀਮ ਆਰਐਸਐਸ ਦੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ, ਉਹਦੇ ਰਾਹੀਂ ਬਾੜ ਕੇ ਉਹਨਾਂ ਨੂੰ ਫੇਰ ਐਕਟਿਵ ਕਰਨਾ ਚਾਹੁੰਦੇ ਆ, ਉਹਨਾਂ ਨੂੰ ਐਮਐਲਏ ਬਣਾਉਣਾ ਚਾਹੁੰਦੇ ਆ, ਉਹਨਾਂ ਨੂੰ ਰਾਜਨੀਤੀ 'ਚ ਲੈ ਕੇ ਜਿਉਂਦਾ ਰੱਖਣਾ ਚਾਹੁੰਦੇ ਆ ਰਾਜਨੀਤੀ ਦੇ ਵਿੱਚ, ਤਾਂ ਕਿ ਜਿਹੜਾ ਆਰਐਸਐਸ ਦਾ ਪ੍ਰੋਪੇਗੈਂਡਾ ਰਿਹਾ ਸ਼ੁਰੂ ਤੋਂ, ਜਿਹੜੀ ਉਹਨਾਂ ਦੀ ਸਟ੍ਰੈਟਜੀ ਰਹੀ, ਉਹ ਜਿਉਂਦੀ ਰਹੇ। ਜੀ ਮਾਨ ਸਾਹਿਬ, ਆਮ ਆਦਮੀ ਪਾਰਟੀ ਥੋੜਾ ਸਹੀ ਵੱਧ ਸਹੀ ਕੰਮ ਕਰ ਰਹੀ ਹੈ, ਜ਼ਮੀਨ ਤੇ ਨਜ਼ਰ ਆ ਰਹੀ ਹੈ। ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਬੜੀ ਜਲਦੀ ਉਹ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਐਲਾਨ ਕਰਨਗੇ, ਤੇ ਉਹਦੇ ਬਾਰੇ ਕੀ ਸੋਚਦੇ? ਗੁਰਵਿੰਦਰ ਜੀ, ਹੁਣ ਤੱਕ ਦੀ ਵਿਰੋਧੀ ਧਿਰ ਦਾ ਇੱਕ ਰੋਲ ਗਵਰਨਮੈਂਟ ਦੀ ਸ਼ੈਡੋ ਕਿਹਾ ਜਾਂਦਾ, ਪਰਛਾਈ ਹੁੰਦੀ ਆ ਵਿਰੋਧੀ ਧਿਰ। ਜਦੋਂ ਦਾ ਸੁਖਪਾਲ ਖਹਿਰਾ ਲੀਡਰ ਆਫ ਓਪੋਜੀਸ਼ਨ ਦੇ ਅਹੁਦੇ ਤੋਂ ਲਾਇਆ ਇਹਨਾਂ ਨੇ, ਤੁਸੀਂ ਮੈਨੂੰ ਇੱਕ ਪ੍ਰਾਪਤੀ ਗਿਣਾ ਦਿਓ ਆਮ ਆਦਮੀ ਪਾਰਟੀ ਦੀ। ਮੇਰੇ ਇੱਥੋਂ ਲੋਕਲ ਹਲਕੇ ਚੋਂ ਸੰਸਦ ਨੇ ਭਗਵੰਤ ਮਾਨ ਜਿਹੜੇ ਇਹਨਾਂ ਦੇ ਪ੍ਰਧਾਨ ਨੇ, ਮੇਰੇ ਬਿਲਕੁਲ ਨਾਲ ਲੱਗਦਾ ਹਲਕਾ ਦੜਪਾ, ਜਿੱਥੋਂ ਉਹਨਾਂ ਦੇ ਐਲਓਪੀ ਮਿਸਟਰ ਚੀਮਾ ਜਿੱਥੋਂ ਦੇ ਵਿਧਾਇਕ ਨੇ, ਤੇ ਤੁਸੀਂ ਮੈਨੂੰ ਇਹਨਾਂ ਦੀ ਇੱਕ ਪ੍ਰਾਪਤੀ, ਮੈਂ ਇੱਕ ਕਹਿ ਰਿਹਾ, ਇੱਕ ਪ੍ਰਾਪਤੀ ਦੱਸ ਦਿਓ ਬਤੌਰ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ, ਜਾਂ ਬਤੌਰ ਵਿਰੋਧੀ ਧਿਰ ਜਿਹੜੀ ਮੇਨ ਵਿਰੋਧੀ ਧਿਰ, ਮੁੱਖ ਵਿਰੋਧੀ ਧਿਰ ਹੈ, ਉਹਦੇ ਪ੍ਰਧਾਨ ਦੇ ਤੌਰ ਤੇ, ਜਿਹੜੀ ਇਹਨਾਂ ਨੇ ਖਹਿਰੇ ਦੇ ਲਾਏ ਜਾਣ ਤੋਂ ਬਾਅਦ ਇਹਨਾਂ ਦੀ ਕੋਈ ਪ੍ਰਾਪਤੀ ਹੋਵੇ, ਤੁਸੀਂ ਦੱਸ ਦਿਓ। ਜ਼ੀਰੋ ਹੈ। ਹੁਣ ਤੁਸੀਂ ਕੋਈ ਪੋਲੀਟੀਕਲ ਪਾਰਟੀਆਂ ਹੋਈ, ਕੋਈ 5 ਬੰਦੇ ਖੜੇ ਕਰਕੇ ਉਹਨਾਂ ਦੇ ਸੋਫੇ ਲਾਤੇ ਜਾਂ ਹੋਰ, ਉਹ ਚੀਜ਼ਾਂ ਕੋਈ ਮੈਟਰ ਨਹੀਂ ਕਰਦੀਆਂ। ਤਾਂ ਗੱਲ ਹੀ ਵੀ ਕਰ ਰਹੇ ਤਾਂ ਦੂਜੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਕਰ ਰਹੀਆਂ। ਮਾਨ ਸਾਹਿਬ ਬਿਲਕੁਲ ਨਹੀਂ। ਪਿੱਛੇ ਜੇ ਬਿਜਲੀ ਦਾ ਮੁੱਦਾ ਵੀ ਸਾਹਮਣੇ ਆਇਆ, ਆਮ ਆਦਮੀ ਪਾਰਟੀ ਨੇ ਬੜੇ ਜ਼ੋਰ ਸ਼ੋਰ ਨਾਲ ਚੱਕਿਆ ਜਿਹੜਾ ਮੁੱਦਾ, ਤੇ ਘਰਾਓ ਵੀ ਕੀਤਾ, ਕਿਉਂਕਿ ਬੱਚਿਆਂ ਦੇ ਜਿਹੜੇ ਵਜ਼ੀਫੇ ਸੀ, ਉਸ ਮੁੱਦੇ ਨੂੰ ਆਮ ਆਦਮੀ ਪਾਰਟੀ ਨੇ ਚੱਕਿਆ। ਇਸ ਤਰ੍ਹਾਂ ਦੀ ਗੱਲ ਨਹੀਂ। ਕਿਵੇਂ ਜਿਹੜਾ ਇਹਨਾਂ ਦਾ ਮੁੱਦਾ ਚੱਕਣ ਦਾ ਸਟਾਈਲ ਹੈ ਗੁਰਵਿੰਦਰ ਜੀ, ਉਹ ਐਸਾ ਹਲਕਾ ਫੁਲਕਾ ਹੈ ਜਿਹਨੂੰ ਆਪਾਂ ਪੰਜਾਬੀ 'ਚ ਕਹੀਏ ਖਾਨਾ ਪੂਰਤੀ ਕਰਦੇ। ਇਹ ਵਜ਼ੀਫਿਆਂ ਦਾ ਜਿਹੜਾ ਮੁੱਦਾ ਹੈ, ਤੁਹਾਡੇ ਯਾਦ ਹੋਊਗਾ, ਇਹ ਸਾਡੀ ਪਾਰਟੀ ਨੇ ਚੱਕਿਆ ਸੀਗਾ। ਜਿਹਨੂੰ ਫਾਈਟ ਕਰਨੀ ਕਹਿੰਦੇ ਆ, ਮੈਂ ਤੁਹਾਨੂੰ ਉਹ ਦੱਸ ਰਿਹਾ ਵੀ ਫਾਈਟ ਕਰਨੀ ਕੀ ਹੁੰਦੀ ਆ। ਇੱਕ ਹੁੰਦੇ ਆ ਗੋਲ ਮੋਲ ਅਖਬਾਰਾਂ 'ਚ ਬਿਆਨ ਲਾਉਣੇ, ਜਾਂ ਜਾ ਕੇ ਕਿਤੇ ਸਾਈਡ ਤੇ ਦਰੀ ਵਿਛਾ ਕੇ 2-4 ਦਿਨ ਬਹਿ ਕੇ ਅਖਬਾਰਾਂ 'ਚ ਫੋਟੋ ਲਹਾ ਲਈਆਂ। ਇੱਕ ਹੁੰਦੀ ਆ ਫਾਈਟ ਕਰਨੀ, ਤੇ ਫਾਈਟ ਕੀਤੀ ਸੀਗੀ। ਮੋਦੀ ਮਹਿਲ ਦਾ ਘਰਾਓ ਕੀਤਾ ਗਿਆ, ਮੈਂ ਸੀਰੀਅਸਲੀ ਇੰਜਰਡ ਹੋਇਆ ਸੀਗਾ ਉਸ ਘਰਾਓ ਦੇ ਦੌਰਾਨ। ਤੁਸੀਂ ਉੱਧਰ ਯਾਦ, ਜਿੱਥੇ ਮੈਂ ਸੀਰੀਅਸਲੀ ਇੰਜਰਡ ਹੋਇਆ ਸੀ, ਮੇਰੇ ਸਿਰ 'ਚ ਡਾਂਗਾ ਮਾਰੇਗਾ ਪੂਰੀ ਬਾਡੀ ਤੇ, ਅੱਜ ਵੀ ਮੈਨੂੰ ਮਤਲਬ ਨਿਸ਼ਾਨ ਨੇ ਬਾਡੀ ਦੇ ਉੱਪਰ। ਜੀ ਬਿਲਕੁਲ। ਸੋ ਉਹ ਹੁੰਦਾ ਫਾਈਟ ਕਰਨ ਦਾ ਤਰੀਕਾ। ਤੁਸੀਂ ਜਾ ਕੇ ਜਦੋਂ ਸਰਕਾਰ ਦੀ ਹਿੱਕ 'ਚ ਲੱਗਦੇ ਹੋ, ਤੁਸੀਂ ਬੈਠ ਕੇ ਅਖਬਾਰਾਂ 'ਚ ਬਿਆਨ ਦੇਈ ਜਾਓ। ਹੁਣ ਬਿਜਲੀ ਮੁੱਦੇ ਤੇ ਤੁਸੀਂ ਗੱਲ ਕੀਤੀ ਆ, ਕੀ ਕਰਦੇ ਸੀ? ਇੱਕ ਮਹੱਲੇ 'ਚ ਗਏ, ਉੱਥੋਂ ਕੋਈ 10-5 ਪਰਿਵਾਰ ਇਕੱਠੇ ਕਰ ਲਏ, ਉਹਨਾਂ ਨੂੰ ਕਿਹਾ ਤੁਸੀਂ ਬਿਜਲੀ ਦੇ, ਲੋਕ ਬੜੇ ਭੋਲੇ ਆ, ਉਹਨਾਂ ਤੋਂ ਬਿਜਲੀ ਦੇ ਬਿੱਲ ਮੰਗਾ ਲਏ, ਉੱਥੇ ਖੜ ਕੇ ਉਹਨਾਂ ਨੂੰ ਅੱਗ ਲਾਤੀ ਤੇ ਪੱਤਰਕਾਰਾਂ ਸਾਹਮਣੇ ਫੋਟੋ ਲਾ ਦਿੱਤੀ, ਗੱਲ ਖਤਮ। ਮੈਨੂੰ ਇੱਕ ਦੱਸ ਦਿਓ, ਕੋਈ ਇੱਕੋ ਦਾ ਫਾਇਦਾ ਹੋਇਆ ਹੋਵੇ ਉਸ ਬਿਜਲੀ ਅੰਦੋਲਨ ਦਾ, ਜਿਹੜਾ ਇਹ ਹੁਣ ਫੇਰ ਬੈਠ ਕੇ ਧਰਨੇ ਤੇ
ਧਰਮਸੋਤ ਦੇ ਖਿਲਾਫ। ਤੇ ਮੈਨੂੰ ਤੁਸੀਂ ਦੱਸ ਦਿਓ ਕਦੇ ਕੋਈ ਐਸੀ ਫਾਈਟ ਹੋਈ ਆ ਸਰਕਾਰ ਨਾਲ? ਕਦੇ ਇਹ ਭਿੜੇ ਹੋਣ, ਇੱਕ ਸਾਈਡ ਤੇ ਜਾ ਕੇ ਬੈਠ ਜਾਂਦੇ ਆ ਦਰੀ ਵਿਛਾ ਕੇ, ਮੀਡੀਆ ਸਾਹਮਣੇ ਬਿਆਨ ਦੇ ਲਈ ਗੱਲ ਖਤਮ। ਸੋ ਗੱਲ ਹੁੰਦੀ ਆ ਫਾਈਟ ਕਰਨ ਦੀ। ਦੇਖੋ ਉਹਦਾ ਰਿਜ਼ਲਟ ਨਿਕਲਣਾ ਕਿੱਦਾਂ ਨਿਕਲਣਾ, ਕਹੇ ਜਾ ਨਿਕਲਣਾ ਬਾਅਦ ਦੀ ਗੱਲ। ਫਾਈਟ ਕਰਨਾ ਇੱਕ ਹੁੰਦੀ ਆ ਤੁਸੀਂ ਮੋੜ ਰਾਜਨੀਤੀ ਕਰਨਾ, ਕਾਗਜ਼ੀ ਪੱਤਰੀ ਰਾਜਨੀਤੀ। ਆਮ ਆਦਮੀ ਪਾਰਟੀ ਦੀ ਰਾਜਨੀਤੀ ਕਾਗਜ਼ੀ ਪੱਤਰੀ ਆ। ਮਾਨ ਸਾਹਿਬ, ਇੱਕ ਮੁੱਦਾ ਸੁਲਝਾਇਆ ਨਹੀਂ ਜਾਂਦਾ, ਦੂਸਰਾ ਮੁੱਦਾ ਖੜਾ ਹੈ। ਆਪਾਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਕਿ ਇੱਕ ਵੱਡਾ ਚਿਹਰਾ, ਇੱਕ ਵੱਡੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਗਈ। ਪਾਰਟੀ ਦੇ ਵਿੱਚ ਆਏ ਬਹੁਤ ਵਾਰੀ ਜਿਹੜੀਆਂ ਸਿੱਧੂ ਸਾਹਿਬ ਦੀਆਂ ਟਵੀਟਸ ਨੇ ਉਹ ਟੱਕਰ ਵਾਲੇ ਵੀ ਸਾਹਮਣੇ ਆਏ। ਕੈਪਟਨ ਸਾਹਿਬ ਦੇ ਨਾਲ ਵੀ ਜਿਹੜੇ ਕਾਫੀ ਚਰਚਾ ਦੇ ਵਿੱਚ ਰਹੇ। ਬਰਗਾੜੀ ਮੁੱਦੇ ਨੂੰ ਲੈ ਕੇ ਸਿੱਧੂ ਸਾਹਿਬ ਨੇ ਬਿਲਕੁਲ ਤੇਜ਼ੀ ਨਾਲ ਬੜੇ ਫਾਸਟ ਜਿਹੜਾ ਮੁੱਦੇ ਨੂੰ ਚੱਕਿਆ, ਭਖਾਇਆ, ਪਰ ਨਿਕਲਿਆ ਵਿੱਚੋਂ ਕੁਝ ਵੀ ਨਹੀਂ। ਕੀ ਲੱਗ ਰਿਹਾ ਤੁਹਾਨੂੰ? ਗੁਰਵਿੰਦਰ ਜੀ, ਮੈਂ ਸਾਰੇ ਲੋਕਾਂ ਨੂੰ ਪਤਾ ਮੈਂ ਕਾਂਗਰਸ ਪਾਰਟੀ ਸੀਗਾ। ਮੇਰੇ ਕੋਲੇ ਕਾਂਗਰਸ ਦੇ ਵੀ ਵੱਡੇ ਅਹੁਦਿਆਂ ਤੇ ਮੈਂ ਰਿਹਾ। ਕੈਪਟਨ ਸਾਹਿਬ ਦੀ ਆਲ ਇੰਡੀਆ ਜਾਟ ਮਹਾਸਭਾ ਉਹਦੇ 'ਚ ਵੀ ਵੱਡੇ ਅਹੁਦਿਆਂ ਤੇ ਰਹੇ। ਕਾਂਗਰਸ 'ਚ ਰਹਿੰਦੇ ਹੋਏ ਮੇਰੇ ਸਿੱਧੂ ਪਰਿਵਾਰ ਨਾਲ, ਮੈਡਮ ਸਿੱਧੂ ਹੋਰਾਂ ਨਾਲ ਬਹੁਤ ਚੰਗੇ ਤਾਲੁਕਾਤ ਸੀ ਔਰ ਨੋ ਡਾਊਟ ਬੜੇ ਚੰਗੇ ਇਨਸਾਨ ਹੈਗੇ ਆ। ਪਰਸਨਲੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਅੱਛੇ ਇਨਸਾਨ ਨੇ, ਬੜੇ ਸਾਬਤ ਨੇ। ਪਰ ਉਹਨਾਂ ਦੀ ਪ੍ਰੋਬਲਮ ਕੀ ਆ, ਸਿੱਧੂ ਸਾਹਿਬ ਜਿਹੜਾ ਹੁੰਦਾ ਨਾ ਜੁਰਤ ਵਾਲਾ ਫੈਸਲਾ ਉਹ ਲੈਣ ਤੋਂ ਬੜਾ ਗੁਰੇਜ਼ ਕਰਦਾ। ਮੇਲੇ ਦੇ ਸਿੱਧੂ ਸਾਹਿਬ ਨੇ ਸੇਮ ਡੇ ਰਿਜ਼ਾਈਨ ਕੀਤਾ ਸੀ ਕਾਂਗਰਸ ਚੋਂ। ਸਿੱਧੂ ਸਾਹਿਬ ਨੇ ਕੀਤਾ ਸੀ ਸਿਰਫ ਮੰਤਰੀ ਮੰਡਲ ਤੋਂ, ਮੇਲੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਸਮੇਤ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ। ਕਿਉਂਕਿ ਦੋ ਗਲੀ ਰਾਜਨੀਤੀ ਮੇਰਾ ਤਾਂ ਸੁਭਾਅ ਹੈ ਜੀ ਵੀ ਦੋ ਕਿਸ਼ਤੀਆਂ 'ਚ ਪੈਰ ਰੱਖਣਾ, ਇਹ ਸੁਭਾਅ ਹੈ। ਪਰ ਸਿੱਧੂ ਸਾਹਿਬ ਦੀ ਜਿਹੜੀ ਇਹ ਡਬਲ ਸਟੈਂਡਰਡ ਦੀ ਪੋਲਿਟਿਕਸ ਆ, ਮੈਨੂੰ ਬੜਾ ਦੁੱਖ ਹੁੰਦਾ। ਜੇ ਕਿਤੇ ਉਦੋਂ ਨਵਜੋਤ ਸਿੰਘ ਸਿੱਧੂ ਨੇ, ਜਿਵੇਂ ਮੈਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਇਆ ਸੀ, ਕਿਤੇ ਸਿੱਧੂ ਸਾਹਿਬ ਨੇ ਉਹਦੇ ਅਸਤੀਫਾ ਦਿੱਤਾ ਹੁੰਦਾ ਤਾਂ ਅੱਜ ਪੰਜਾਬ ਦੇ ਲੋਕ ਜਿਹੜੇ ਪਹੁੰਚੇ ਪਏ, ਜਿਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ 2022 ਕਿਹੜੇ ਪਾਸੇ ਜਾਈਏ। ਜਿਹੜਾ ਉਹ ਜਿਹਾ ਫੋਰਸ ਫਰੰਟ ਜਿਹਦੀ ਲੋੜ ਸੀਗੀ ਪੰਜਾਬ ਨੂੰ, ਜਿਹੜੇ ਲੋਕਾਂ ਦੀ ਬੜੇ ਟਾਈਮ ਤੋਂ ਡਿਮਾਂਡ ਸੀ, ਚਾਹੇ ਉਹ ਬੈਂਸ ਸਾਹਿਬ ਨੇ, ਚਾਹੇ ਉਹ ਸੁਖਪਾਲ ਖਹਿਰਾ ਸੀ, ਚਾਹੇ ਉਹ ਨਵਜੋਤ ਸਿੱਧੂ, ਲੋਕ ਸਾਰੇ ਲੀਡਰਾਂ ਨੂੰ ਇੱਕ ਪਲੇਟਫਾਰਮ ਤੇ ਦੇਖਣਾ ਚਾਹੁੰਦੇ ਸੀ। ਪਰ ਸਿੱਧੂ ਸਾਹਿਬ ਕਦੇ ਵੀ ਉਹਨਾਂ ਨੇ ਇਹੋ ਜਿਹਾ ਠੋਸ ਫੈਸਲਾ ਨਹੀਂ ਲਿਆ। ਜੇ ਕਾਸ਼ ਕਿਤੇ ਉਹ ਲਿਆ ਹੁੰਦਾ ਤਾਂ ਅੱਜ ਤਸਵੀਰ ਕਲੀਅਰ ਹੁੰਦੀ। ਅਸਲ ਤਾਂ ਇਹ ਨਵਜੋਤ ਸਿੰਘ ਸਿੱਧੂ, ਤੁਹਾਡੇ ਯਾਦ ਹੋਊਗਾ 2017 ਦੀ ਵਿਧਾਨ ਸਭਾ ਤੋਂ ਪਹਿਲਾਂ 2016 ਦੇ ਵਿੱਚ ਬੈਂਸ ਬ੍ਰਦਰਸ, ਸਿਮਰਜੀਤ ਸਿੰਘ ਬੈਂਸ ਤੇ ਜਥੇਦਾਰ ਬਲਵਿੰਦਰ ਸਿੰਘ ਬੈਂਸ, ਦੋਨਾਂ ਨੂੰ, ਤੇ ਤੀਸਰਾ ਪ੍ਰਗਟ ਸਿੰਘ ਤੇ ਚੌਥੇ ਨਵਜੋਤ ਸਿੰਘ ਸਿੱਧੂ, ਚਾਰਾਂ ਨੇ ਮਿਲ ਕੇ ਇੱਕ ਆਵਾਜ਼ੇ ਪੰਜਾਬ ਨਾਮ ਦਾ ਫਰੰਟ ਬਣਾਇਆ ਸੀ। ਜੇ ਕਿਤੇ ਉਸ ਫੋਰਮ ਦੇ ਉੱਪਰ ਨਵਜੋਤ ਸਿੰਘ ਸਿੱਧੂ ਖੜਿਆ ਹੁੰਦਾ ਤਾਂ ਅੱਜ 2022 ਦੀ ਜਿਹੜੀ ਰਾਜਨੀਤਿਕ ਤਸਵੀਰ ਆ ਪੰਜਾਬ ਦੀ ਕਲੀਅਰ ਹੋ ਗਈ। ਪਰ ਸਿੱਧੂ ਸਾਹਿਬ ਨੈਸ਼ਨਲ ਪਾਰਟੀਆਂ ਦੇ ਵਿੱਚ ਆਪਦੇ ਆਪ ਨੂੰ ਸੇਫ ਫੀਲ ਕਰਦੇ ਆ। ਪਰ ਬੜਾ ਦੁੱਖ ਹੁੰਦਾ ਮੈਨੂੰ ਜਦੋਂ ਹੁਣ ਸਿੱਧੂ ਸਾਹਿਬ ਵੀ ਦੂਜੇ ਰਾਜਨੀਤਿਕ ਲੋਕਾਂ ਵਾਂਗੂ ਚੱਲ ਪਏ। ਹੁਣ ਸਿੱਧੂ ਸਾਹਿਬ ਨੇ ਬੜਾ, ਤੁਸੀਂ ਆਪ ਕਿਹਾ ਵੀ ਠੋਕ ਕੇ ਮੁੱਦਾ ਉਠਾਇਆ, ਬਾਰ-ਬਾਰ ਪ੍ਰੈਸ ਕਾਨਫਰੰਸਿਸ ਕੀਤੀਆਂ ਜਿਹਦੇ ਨਵਜੋਤ ਸਿੰਘ ਸਿੱਧੂ ਸਾਹਿਬ ਕਹਿ ਰਿਹਾ ਕਿ ਮੈਨੂੰ ਬਰਗਾੜੀ ਗੁਰੂ ਮੇਰੇ ਲਈ ਸਭ ਤੋਂ ਉੱਪਰ ਆ, ਉਹਦੇ ਤੇ ਪਾਰਟੀਆਂ ਸਭ ਕੁਝ ਬਾਅਦ ਚ। ਕੱਲ ਮੈਂ ਇੱਕ ਮੈਡਮ ਸਿੱਧੂ ਦੀ ਪ੍ਰੈਸ ਕਾਨਫਰੰਸ ਦੇਖੀ। ਮੈਡਮ ਸਿੱਧੂ ਕਹਿ ਰਿਹਾ ਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਦੇ ਹੁਕਮ ਆਇਆ ਕਿ ਤੁਸੀਂ ਸਾਇਲੈਂਟ ਹੋ। ਜਦੋਂ ਗੱਲ ਗੁਰੂ ਦੀ ਆ ਗਈ ਤੇ ਫਿਰ ਕੀ ਹਾਈ ਕਮਾਂਡ ਤੇ ਕੀ ਲੋਕ ਕਮਾਂਡ। ਨਵਜੋਤ ਸਿੰਘ ਸਿੱਧੂ ਨੂੰ ਆਪਣੀ ਫਾਈਟ ਉਸੇ ਤਰੀਕੇ ਜਾਰੀ ਰੱਖਣੀ ਚਾਹੀਦੀ ਸੀ। ਪਰ ਹੁਣ ਦੇਖੋ ਤੁਹਾਡੇ ਸਾਹਮਣੇ ਆ, ਮੇਰਾ 15-20 ਦਿਨ ਹੋ ਗਏ ਨਾ ਸਿੱਧੂ ਸਾਹਿਬ ਹੁਣ ਕੋਈ ਟਵੀਟ ਕਰਦੇ ਆ ਤੇ ਨਾ ਕੋਈ ਵੀਡੀਓ ਪਾਉਂਦੇ ਆ। ਹੁਣ ਫਿਰ ਚੁੱਪਚਾਪ ਹੋ ਗਏ। ਸੋ ਬੜੀ ਦੁੱਖ ਦੀ ਗੱਲ ਆ, ਨਵਜੋਤ ਸਿੰਘ ਸਿੱਧੂ ਵਰਗਾ ਵੱਡੇ ਸੈਕਸ਼ਨ ਦਾ ਲੀਡਰ ਜਿਹਨੂੰ ਲੋਕ ਕਿਸੇ ਅੱਜ ਤੋਂ ਕੁਝ ਸਾਲ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਮੈਂ ਕਹਾਂ ਤਾਂ ਲੋਕ ਮੁੱਖ ਮੰਤਰੀ ਪੰਜਾਬ ਦੇ ਤੌਰ ਤੇ ਦੇਖ ਰਹੇ ਸੀ, ਅੱਜ ਉਹ ਲੀਡਰ ਆਪਣੀਆਂ ਗਲਤੀਆਂ ਕਰਕੇ ਬਹੁਤ ਪਿੱਛੇ ਚਲਾ। ਮਾਨ ਸਾਹਿਬ, ਸੂਬੇ ਦੇ ਵਿੱਚ ਨੌਕਰੀਆਂ, ਦੋ ਨੌਕਰੀਆਂ ਧਨਾੜ ਪਰਿਵਾਰਾਂ ਨੂੰ, ਉਹ ਵੀ ਆਪਾਂ ਕਹਿ ਦਈਏ ਕਿ ਤਰਸ ਦੇ ਆਧਾਰ। ਤੁਹਾਨੂੰ ਵੀ ਪਤਾ ਹੈ, ਕੀ ਲੱਗਦਾ, ਕੀ ਮਹਿਸੂਸ ਕਰਦੇ ਤੁਸੀਂ
ਦੋ ਐਮਐਲਏਸ ਦੇ ਬੇਟਿਆਂ ਨੂੰ ਜਿਹੜਾ ਕੈਪਟਨ ਸਾਹਿਬ ਨੇ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੀ ਗੱਲ ਕਹੀ ਆ, ਫਤਿਹਜੰਗ ਸਿੰਘ ਬਾਜਵਾ ਐਂਡ ਰਕੇਸ਼ ਬਾਜਵਾ, ਇਹ ਦੋ ਐਮਐਲਏਸ ਦੇ ਬੇਟਿਆਂ ਨੂੰ ਤੁਸੀਂ ਉਹਦੀ ਗੱਲ ਕਰ ਰਹੇ ਹੋ। ਨੋ ਡਾਊਟ ਕਦੀ ਜਿਹੜੇ ਅੱਤਵਾਦ ਦੇ ਸਮੇਂ ਦੇ ਦੌਰਾਨ ਬਹੁਤ ਸਾਰੇ ਕਾਂਗਰਸੀ ਲੀਡਰਾਂ ਦੇ ਉੱਪਰ ਹੁੰਦੇ ਜੀ ਚ ਬੇਅੰਤ ਸਿੰਘ ਦੀ ਮੌਤ ਹੁੰਦੀ ਆ, ਜੀ ਚ ਰਕੇਸ਼ ਪਾਂਡੇ ਦੇ ਫਾਦਰ ਦੀ ਮੌਤ ਹੁੰਦੀ ਆ, ਜੀ ਚ ਬਾਜਵਾ ਸਾਹਿਬ ਦੇ ਫਾਦਰ ਦੀ ਡੈਥ ਹੁੰਦੀ ਆ। ਉਹ ਅੱਤਵਾਦੀ ਹਮਲਿਆਂ ਦੇ ਵਿੱਚੋਂ ਮਾਰੇ ਗਏ, ਨੋ ਡਾਊਟ। ਪਿਛਲੇ ਸਮੇਂ ਦੇ ਵਿੱਚ ਬੇਅੰਤ ਸਿੰਘ ਜੀ ਦੇ ਗ੍ਰੈਂਡਸਨ ਗੁਰਦੁਆਰਾ ਨੂੰ ਜੌਬ ਦਿੱਤੀ ਗਈ, ਉਦੋਂ ਵੀ ਬੜਾ ਰੌਲਾ ਪੰਜਾਬ 'ਚ ਉੱਠਿਆ। ਹੁਣ ਫੇਰ ਉਹ ਜਿਹੜਾ ਰੌਲਾ ਦੁਬਾਰਾ ਉੱਠਿਆ ਕਿਉਂਕਿ ਲੋਕਾਂ ਦਾ ਇੱਕ ਕਹਿਣਾ ਕਿ ਉਹ ਪਰਿਵਾਰਾਂ 'ਚ ਜੇ ਮੌਤਾਂ ਹੋਈਆਂ, ਜੇ ਉਹਨਾਂ ਦੇ ਨਾਲ ਕੋਈ ਏਦਾਂ ਦੇ ਮਿਸਹੈਪਨਿੰਗਸ ਅੱਤਵਾਦ ਦੇ ਦੌਰਾਨ ਹੋਈਆਂ, ਤਾਂ ਉਹਨਾਂ ਨੂੰ ਆਲਰੇਡੀ ਪੰਜਾਬ ਦੇ ਲੋਕਾਂ ਨੇ ਲਾ ਲਓ, ਕਾਂਗਰਸ ਪਾਰਟੀ ਨੇ ਲਾ ਲਓ, ਬਹੁਤ ਕੁਝ ਆਲਰੇਡੀ ਦੇਤਾ। ਅੱਜ ਕਾਂਗਰਸ ਦੇ ਵੱਡੀ ਗਿਣਤੀ 'ਚ ਐਮਐਲਏ, ਮੰਤਰੀ, ਐਮਪੀਜ਼ ਵਿਰੋਧ ਕਰ ਰਹੇ ਆ ਇਹਨਾਂ ਦੋ ਨੌਕਰੀਆਂ ਦਾ ਵੀ, ਕਿਉਂਕਿ ਉਹਨਾਂ ਨੂੰ ਉਹ ਪਰਿਵਾਰਾਂ ਨੂੰ ਆਲਰੇਡੀ ਐਮਐਲਏ ਸ਼ਿਪ, ਉਹਨਾਂ ਦੇ ਪਰਿਵਾਰ 'ਚ ਇੱਕ ਦੋ ਦੋ ਤਿੰਨ ਐਮਐਲਏ ਹੈਗੇ ਆ, ਮੈਂਬਰ ਪਾਰਲੀਮੈਂਟਸ ਹੈਗੇ ਆ, ਮਿਨਿਸਟਰ ਹੈਗੇ ਆ। ਸੋ ਜੇ ਆਪਾਂ ਕਹੀਏ ਨਾ ਕਿ ਤਰਸ ਦਾ ਆਧਾਰ ਤਰਸੋਂ ਤੇ ਖਤਮ ਹੋ ਗਿਆ। ਆਲਰੇਡੀ ਬਹੁਤ ਅਮੀਰ ਪਰਿਵਾਰ ਨੇ, ਉਹ ਕਰੋੜਾਂ ਅਰਬਾਂ ਦੀ ਜਾਇਦਾਦਾਂ ਦੇ ਮਾਲਕ ਨੇ। ਜਿੱਥੋਂ ਐਡਾ ਵੱਡਾ ਕਿਸੇ ਕੋਲੇ ਜਾਇਦਾਦ ਹੈਗੀ ਆ, ਜਿੱਥੇ ਜਿਹਦੇ ਘਰ ਦੇ ਵਿੱਚ ਐਮਐਲਏ, ਐਮਪੀ ਸ਼ਿਪ ਹੈਗੀ ਆ, ਤੇ ਉੱਥੇ ਨੌਕਰੀ ਦਾ ਕੋਈ ਮਤਲਬ ਨਹੀਂ ਪੜਦਾ। ਉਸੇ ਅੱਤਵਾਦ ਦੇ ਦੌਰਾਨ ਬਹੁਤ ਸਾਰੇ ਪੰਜਾਬ ਦੇ ਆਮ ਪਰਿਵਾਰਾਂ ਦੇ ਲੋਕ ਵੀ ਮਾਰੇ ਗਏ, 35,000 ਪਰਿਵਾਰ ਅਫੈਕਟਡ ਹੋਇਆ। ਬਿਲਕੁਲ। ਤੇ ਉਹ ਲੋਕ ਜਿਹੜੇ ਮਾਰੇ ਗਏ, ਬਹੁਤ ਸਾਰੇ ਪੁਲਿਸ ਵਾਲੇ ਮਾਰੇ ਗਏ, ਬੜੇ ਸਾਰੇ, ਕਿਉਂਕਿ ਜਦੋਂ ਅੱਤਵਾਦ ਸੀ ਨਾ, ਦੋਵੇਂ ਪਾਸਿਓਂ ਮਰੇ ਪੰਜਾਬੀ ਉਹ ਆ, ਚਾਹੇ ਉਹ ਖਾਲਿਸਤਾਨ ਵਾਲੇ ਪਾਸਿਓਂ ਉੱਧਰ ਵੀ ਸਾਡੇ ਮੁੰਡੇ ਸੀ, ਜਿਹੜੀ ਪੁਲਿਸ ਫੋਰਸ ਮਾਰੀ ਗਈ ਉਹ ਵੀ ਸਾਡੀ ਮੁੰਡੇ ਸੀ, ਪੰਜਾਬ ਦੀ ਪੁੱਤ ਸੀਗੇ। ਪਰ ਉਹਨਾਂ ਦੀ ਕਿਸੇ ਨੇ ਮੁੜ ਕੇ ਸਾਰ ਨਹੀਂ ਲਈ। ਉਹਨਾਂ ਦੇ ਵਿਧਵਾਵਾਂ ਨੂੰ, ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਮਾਪਿਓ ਬਜ਼ੁਰਗਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਕੋਈ ਨੌਕਰੀ ਬੜਾ ਹਾਲ ਰਿਹਾ, ਅੱਜ ਵੀ ਉਹ ਪਰਿਵਾਰ ਰੁੜ ਰਹੇ ਆ। ਸੋ ਤੁਸੀਂ ਇਹ ਜਿਹੜਾ ਰੌਲਾ ਪਿਆ ਇਸੇ ਕਰਕੇ ਪਿਆ ਵੀ ਤੁਸੀਂ ਕਿ ਐਡੇ ਵੱਡੇ ਪਰਿਵਾਰ ਜਿਹੜੇ ਕਰੋੜਾਂ ਰੁਪਏ ਦੇ ਜਾਇਦਾਦਾਂ ਦੇ ਮਾਲਕ, ਮੈਂ ਪਹਿਲਾਂ ਕਿਹਾ, ਉਹਨਾਂ ਨੂੰ ਉਹਨਾਂ ਦੇ ਕਾਹਦਾ ਦੱਸ, ਉਹਨਾਂ ਨੂੰ ਤੁਸੀਂ ਕਿੰਨੇ ਵਾਰੀ ਐਮਐਲਏ ਸ਼ਿਪ ਦੇਤੀ। ਹੁਣ ਪਾਂਡੇ ਸਾਹਿਬ ਦੀ ਗੱਲ ਕਰੋ, ਰਕੇਸ਼ ਪਾਂਡੇ ਜੀ 6 ਵਾਰ ਦੇ ਐਮਐਲਏ ਬਣ ਗਏ ਕਾਂਗਰਸ ਪਾਰਟੀ ਦੇ ਵਿੱਚ। ਹੁਣ ਇੱਕ ਉਹਨਾਂ ਦੇ ਜਿਹੜੇ ਫਾਦਰ ਉਸ ਹਮਲੇ ਦੇ ਵਿੱਚ ਮਾਰੇ ਗਏ ਸੀ, ਤਾਂ ਮੁੰਡੇ ਨੂੰ ਲੋਕਾਂ ਨੇ ਵੀ, ਕਿਉਂਕਿ ਜਿਤਾਇਆ ਆਫਟਰ ਆਲ ਵੋਟ ਤਾਂ ਲੋਕਾਂ ਨੇ ਪਾਈ ਆ, ਕਾਂਗਰਸ ਪਾਰਟੀ ਨੇ ਟਿਕਟ ਦਿੱਤਾ ਤੇ ਉਹਨਾਂ ਨੂੰ 6 ਵਾਰ ਐਮਐਲਏ ਬਣਾਤਾ। ਹੁਣ ਗਾਂ ਉਹਨਾਂ ਦੇ ਪੋਤੇ ਨਹੀਂ ਤਾਂ ਇਸ ਤਰੀਕੇ ਦਾ ਫਿਰ ਹੁਣ ਜਿਹੜੀ ਗਾਂ ਵਾਲੀ ਪੜੋਤਿਆਂ ਦੀ ਜਾਂ ਕੋਈ ਹੋਰ ਜਨਰੇਸ਼ਨ ਆਊਗੀ, ਤੁਸੀਂ ਫਿਰ ਉੱਥੇ ਵੀ ਕਹੋਗੇ ਨਹੀਂ ਇਹਨਾਂ ਦੀ ਜੀ 5ਵੀਂ ਪੀੜ੍ਹੀ ਫਲਾਣੇ ਸ਼ਹੀਦ ਹੋਏ ਸੀ, ਇਸ ਕਰਕੇ ਉਹ ਤਰਸ ਦੇ ਆਧਾਰ ਤੇ ਨੌਕਰੀ ਦੇ ਰਿਹਾ। ਬਾਜਵਾ ਸਾਹਿਬ ਦੇ ਫਾਦਰ ਸਰਦਾਰ ਸਤਨਾਮ ਸਿੰਘ ਜੀ ਬਾਜਵਾ, ਉਸ ਅੱਤਵਾਦ ਦੇ ਸਮੇਂ ਦੌਰਾਨ ਉਹਨਾਂ ਨੂੰ ਸ਼ਹਾਦਤ ਜਾਂ ਉਹਨਾਂ ਨੂੰ ਕਹੀਏ ਵੀ ਉਹਨਾਂ ਦੀ ਡੈਥ ਹੋ ਗਈ। ਪਰ ਬਾਜਵਾ ਸਾਹਿਬ, ਵੱਡੇ ਬਾਜਵਾ ਸਾਹਿਬ ਪ੍ਰਤਾਪ ਸਿੰਘ ਜੀ ਬਾਜਵਾ, ਉਹ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੇ। ਬਾਜਵਾ ਸਾਹਿਬ ਦੀ ਵਾਈਫ ਚਰਨਜੀਤ ਕੌਰ ਬਾਜਵਾ, ਉਹ ਐਮਐਲਏ ਰਹੇ ਆ। ਹੁਣ ਜਿਹੜੇ ਫਤਿਹਜੰਗ ਸਿੰਘ ਬਾਜਵੇ ਦੇ ਬੇਟੇ ਦੀ ਗੱਲ ਹੋ ਰਹੀ ਆ, ਫਤਿਹਜੰਗ ਸਿੰਘ ਬਾਜਵਾ ਖੁਦ ਐਮਐਲਏ ਨੇ ਕਰਦੀਆਂ। ਸੋ ਕੋਈ ਐਸੀ ਗੱਲ ਨਹੀਂ, ਤੁਸੀਂ ਜਾ ਕੇ ਦੇਖੋ ਚੰਡੀਗੜ੍ਹ ਦੇ ਬੜੇ ਪੌਸ਼ ਸੈਕਟਰਾਂ ਦੇ ਵਿੱਚ ਬਹੁਤ ਵੱਡੇ ਮਹਿਲਨੁਮਾ ਘਰ ਬਣਾਏ ਆ। ਸੋ ਉੱਥੇ ਤਰਸ ਦੀ ਗੱਲ ਹੈ। ਇਹ ਬਹੁਤ ਗਲਤ ਗੱਲ ਹੈ, ਜਿੱਥੇ ਇੱਕ ਪਾਸੇ ਪੰਜਾਬ ਦਾ ਵੱਡੀ ਗਿਣਤੀ 'ਚ ਰੁਜ਼ਗਾਰ ਲੱਭਣ ਦੇ ਲਈ ਪੰਜਾਬੀ ਵਿਦੇਸ਼ਾਂ ਵੱਲ ਨੂੰ ਮੂੰਹ ਕਰ ਰਹੇ ਆ। ਸਾਡੇ ਨੌਜਵਾਨ ਇੱਥੇ ਜਿਹੜਾ ਲੋਕਲ ਐਮਐਲਏ ਮੇਰੇ ਹਲਕੇ ਦਾ ਵਿਜੇਂਦਰ ਸਿੰਘਲਾ, ਇਹਦੀ ਕੋਠੀ ਦੇ ਬਾਹਰ ਲੋਕ ਜਿਹੜਾ ਬੇਰੁਜ਼ਗਾਰ ਸਾਂਝਾ ਮੋਰਚਾ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ ਧਰਨਿਆਂ ਲਈ ਬੈਠੀਆਂ, ਮਹੀਨਿਆਂ ਦੇ ਮਹੀਨੇ ਹੋ ਗਏ। ਬੜੇ ਸ਼ਰਮ ਦੀ ਗੱਲ ਆ ਕਿ ਵਿਜੇਂਦਰ ਸਿੰਘਲਾ ਦੇ ਘਰੇ ਨਹੀਂ ਬੜਿਆ ਉਹਦੇ ਦਾ, ਜਿਹੜਾ ਇੱਥੇ ਅਫੀਸ਼ੀਅਲ ਰੈਜ਼ੀਡੈਂਸ ਆ ਹਲਕਾ ਸੰਗਰੂਰ ਦੇ ਵਿੱਚ, ਉੱਥੇ ਨਹੀਂ ਆਇਆ। ਆਪਦੇ ਪ੍ਰਾਈਵੇਟ ਰੈਜ਼ੀਡੈਂਸ ਤੋਂ ਆਉਂਦਾ, ਆਪਦੇ ਜਿਹੜੇ ਮਾਰ ਕੇ ਮੁੜ ਜਾਂਦਾ, ਆਪਦੇ ਘਰੇ ਨਹੀਂ ਵੜਦਾ। ਲੋਕ ਬੜੇ ਡਾਢੇ ਪਰੇਸ਼ਾਨ ਆ। ਪਰ ਦੇਖੋ ਵੀ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੀ ਗੱਲ ਨਹੀਂ ਕਰਦੇ। ਕਿੰਨੇ ਬੇਰੁਜ਼ਗਾਰ ਟੀਚਰਸ, ਬਹੁਤ ਸਾਰੇ ਮਹਿਕਮੇ ਜਿਹਨਾਂ ਪੋਸਟਾਂ ਨੇ ਨਿਕਲੀਆਂ, ਵੱਡੀ ਗਿਣਤੀ 'ਚ ਵੈਕੈਂਸੀਆਂ ਖਾਲੀ ਨੇ, ਉਹਨਾਂ ਨੂੰ ਕੋਈ ਨੌਕਰੀ ਨਹੀਂ। ਔਰ ਇਹ ਜਿਹੜਾ ਨੌਕਰੀ ਦੇਣ ਦਾ ਚਲਨ ਸ਼ੁਰੂ ਕੀਤਾ ਹੈ, ਕੈਪਟਨ ਸਾਹਿਬ ਦੀ ਕੋਈ ਕੁਰਸੀ ਹਿੱਲ ਗਈ। ਸੋ ਹੁਣ ਉਹ ਇੱਕ ਦੋ ਕਰਕੇ ਐਮਐਲਏਜ਼ ਨੂੰ, ਮਿਨਿਸਟਰਾਂ ਨੂੰ ਉਹਨਾਂ ਨਾਲ ਸੈਟਿੰਗ ਕਰ ਰਹੇ ਆ, ਉਹਨਾਂ ਨੂੰ ਸੈਟਲਮੈਂਟ ਬਿਠਾ ਰਹੇ ਆ। ਸਿਰਫ ਉਹ ਰੀਜ਼ਨ ਹੈ, ਇਹ ਤਰਸ ਦਾ ਆਧਾਰ ਕੋਈ ਤਰਸ ਦਾ ਆਧਾਰ ਨਹੀਂ ਹੈ। ਮਾਨ ਸਾਹਿਬ, ਆਮ ਲੋਕ ਨੇ, ਆਮ ਜਨਤਾ ਜਿਹੜੀ ਗਰੀਬ ਜਨਤਾ ਹੈ, ਡਿਜ਼ਰਵ ਕਰਦੀ ਹੈ, ਨੌਕਰੀਆਂ ਮੰਗ ਰਹੀ ਹੈ। ਜਦੋਂ ਸਰਕਾਰਾਂ ਇਸ ਤਰ੍ਹਾਂ ਦੀ ਇੱਕ ਦੋ ਨੌਕਰੀਆਂ ਸਪੈਸ਼ਲ ਦਿੰਦੀ ਹੈ ਤੇ ਲੋਕ
ਰੌਲਾ ਪਾਉਂਦੇ ਨੇ, ਆਪਣਾ ਵਿਰੋਧ ਦਰਜ ਕਰਾਉਂਦੇ ਨੇ, ਜਦੋਂ ਕੋਈ ਸੁਣਨ ਵਾਲਾ ਵੀ ਨਾ ਹੋਵੇ ਤਾਂ ਇਹ ਆਮ ਜਨਤਾ ਕੀ ਕਰੇ? ਆਪਣਾ ਜਿਹੜਾ ਨਾਰਾਜ਼ਗੀ ਹੈ ਉਹ ਕਿਵੇਂ ਜਿਹੜੀ ਸਾਹਮਣੇ ਲਿਆਵੇ ਕਿ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ? ਸੀਐਮ ਸਾਹਿਬ ਚੁੱਪ ਨੇ, ਕੋਈ ਉਹ ਨਹੀਂ, ਇਹਦਾ ਕੀ ਹੋ ਸਕਦਾ? ਇੱਥੇ ਲੋਕਾਂ ਨੂੰ ਹੁਣ ਇੱਕੋ ਇੱਕ ਬਦਲ ਲੋਕਾਂ ਕੋਲ ਬਾਕੀ ਹੈ। ਅਸੀਂ ਪਹਿਲਾਂ ਵੀ ਕਹਿੰਦੇ ਰਹੇ ਹਾਂ, ਦਿੱਲੀੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦੀਆਂ ਕਦੇ ਸਕੀਆਂ ਨਹੀਂ ਹੋ ਸਕਦੀਆਂ, ਚਾਹੇ ਉਹ ਭਾਜਪਾ ਹੈ, ਚਾਹੇ ਉਹ ਭਾਜਪਾ ਦੀਆਂ ਜਿਹੜੀਆਂ ਪੀਸੀ ਟੀਮਾਂ, ਅਕਾਲੀ, ਆਮ ਆਦਮੀ ਪਾਰਟੀ ਵਾਲੇ ਜਿਹੜੇ ਇੱਥੇ ਪੰਜਾਬ 'ਚ ਹੈਗੇ ਆ, ਤੇ ਚਾਹੇ ਉਹ ਕਾਂਗਰਸ। ਇਹ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਬਿਲਡ ਹੁੰਦੀਆਂ ਕਦੇ ਪੰਜਾਬ ਦੀਆਂ ਸਕੀਆਂ ਨਹੀਂ ਹੋ ਸਕਦੀਆਂ। ਬਾਰ-ਬਾਰ ਇਹ ਗੱਲ ਦੁਹਰਾਉਂਦੇ ਆ। ਲੋਕਾਂ ਨੂੰ ਚਾਹੀਦਾ ਹੁਣ ਪੰਜਾਬ ਦੀ ਇਸ ਟਾਈਮ ਜਿਹੜੀ ਮੁੱਖ ਮੰਗ ਹੋਣੀ ਚਾਹੀਦੀ ਹੈ, ਪੰਜਾਬ ਦੀ ਇੱਕ ਆਪਣੀ ਖੇਤਰੀ ਰਾਜਨੀਤੀ, ਖੇਤਰੀ ਪਾਰਟੀ, ਜਿਸ ਤਰੀਕੇ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਜਾਂ ਦੂਜੀਆਂ ਸਟੇਟਸ ਦੇ ਵਿੱਚ ਆਪ ਜਾਂਦੇ ਖੇਤਰੀ ਪਾਰਟੀਆਂ ਜਿਹੜੀਆਂ ਲੋਕਾਂ ਲਈ ਲੜਦੀਆਂ। ਖੇਤਰੀ ਪਾਰਟੀ ਦਾ ਅਕਾਲੀ ਦਲ ਵੀ ਹੈ। ਅਕਾਲੀ ਦਲ ਜਿਹੜੀ ਆ ਬੀਜੇਪੀ ਦੀ ਬੀ ਟੀਮ, ਅਕਾਲੀ ਦਲ ਭਾਜਪਾ ਦੀ ਬੀ ਟੀਮ ਆ। ਭਾਜਪਾ ਦੇ ਬੰਦੇ ਜਾਂ ਤਾਂ ਤੁਸੀਂ ਪਿਛਲੇ ਦਿਨਾਂ ਨੋਟ ਕੀਤਾ ਹੋਊਗਾ, ਚਾਹੇ ਲੋਕਲ ਪੱਧਰ ਤੇ ਚਾਹੇ ਸਟੇਟ ਪੱਧਰ ਤੇ, ਜਾਂ ਤਾਂ ਉਹ ਆਮ ਆਦਮੀ ਪਾਰਟੀ 'ਚ ਜਾਂਦੇ ਆ ਤੇ ਜਾਂ ਉਹ ਅਕਾਲੀ ਦਲ 'ਚ ਜਾਂਦੇ ਆ। ਸੈਕਟਰੀਏਟ ਦੋਵੇਂ ਪਾਸੇ ਹੋਣੇ ਆ। ਅਕਾਲੀ ਵੀ ਉਹਨਾਂ ਨੂੰ ਪੂਰਾ ਕਬਜ਼ ਦੇ ਕੇ ਰੱਖ ਰਿਹਾ। ਜਿਹੜੇ ਅਕਾਲੀਆਂ 'ਚ ਆ ਰਹੇ ਆ ਉਹਨਾਂ ਨੂੰ ਤੁਸੀਂ ਦੇਖ ਲਿਓ ਆ, ਜਿਹਦੇ ਟਿਕਟਾਂ ਨੂੰ ਸੋਹਣੀਆਂ ਵੱਡੀ ਗਿਣਤੀ 'ਚ ਭਾਜਪਾ ਦੇ ਲੋਕਾਂ ਨੂੰ ਟਿਕਟਾਂ ਅਕਾਲੀਆਂ ਨੇ ਦੇਣੀਆਂ, ਪਰ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ। ਹੁਣ ਤੁਸੀਂ 3 ਨਾਵਾਂ ਦਾ ਰੌਲਾ ਪੈ ਰਿਹਾ। ਚਲੋ, ਕੁੰਵਰ ਵਿਜੇ ਪ੍ਰਤਾਪ, ਲక్ష్ਮੀ ਕਾਂਤਾ ਚਾਵਲਾ ਐਂਡ ਥਰਡ ਵਨ ਇਜ਼ ਅਨਿਲ ਜੋਸ਼ੀ। 3 ਨਾਵਾਂ ਦਾ ਰੌਲਾ। ਸੋ ਇਹ ਸਮਝੋ ਵੀ 3 ਹਲਕੇ ਦਾ ਸਿੱਧੇ ਹੀ ਜਿਹੜੇ ਉੱਥੇ ਗਰਾਊਂਡ ਤੇ ਦਰੀਆਂ ਵਿਛਾਉਣ ਵਾਲੇ ਵਲੰਟੀਅਰ ਆਮ ਆਦਮੀ ਪਾਰਟੀ ਜਿਹਨਾਂ ਦੀ ਗੱਲ ਕਰਦੀ ਆ, 3 ਹਲਕਿਆਂ 'ਚ ਤਾਂ ਉਹਨਾਂ ਦਾ ਗਲਾ ਕੱਟਿਆ ਗਿਆ ਨਾ ਉਹ ਵਲੰਟੀਅਰਾਂ ਦਾ। ਉਹ 3 ਹਲਕਿਆਂ 'ਚ ਤਾਂ ਟਿਕਟਾਂ ਜਿਹੜੀਆਂ ਉਹ ਦੂਜੀਆਂ ਪਾਰਟੀਆਂ 'ਚ ਆਏ ਹੋਏ ਲੋਕਾਂ ਨੂੰ ਦੇ ਦੇਣੀਆਂ ਨੇ, ਔਰ ਉਹ ਵੀ ਐਨ ਮੌਕੇ ਤੇ ਘਲਾਉਂਦਾ ਨਾ ਬੰਦਾ। ਇੱਕ ਸਵਾਲ ਹੋਰ ਉੱਠਦਾ ਹੈ ਕਿ ਇਹ ਆਮ ਆਦਮੀ ਪਾਰਟੀ ਆਮ ਰਹੇਗੀ ਜਦੋਂ ਖਾਸ ਬੰਦੇ ਆ ਗਏ ਪਾਰਟੀ ਦੇ ਵਿੱਚ? ਇਹਦਾ ਜਿਹੜਾ ਭਾਂਡਾ ਹੈ ਤਾਂ 2017 'ਚ ਫੁੱਟ ਗਿਆ ਸੀ, ਜਦੋਂ ਵੱਡੀ ਗਿਣਤੀ ਦੇ ਵਿੱਚ ਦੂਜੇ ਪਾਰਟੀਆਂ ਦੇ ਲੀਡਰਾਂ ਤੋਂ ਰੁਪਈਏ ਲੈ ਕੇ ਟਿਕਟਾਂ ਦਿੱਤੀਆਂ ਗਈਆਂ। ਅਨੂ ਰੰਧਾਵਾ, ਜਸਜੀਤ ਰੰਧਾਵਾ ਦੀ ਕੁੜੀ ਤੇ ਇੱਕ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਜਿਨ੍ਹਾਂ ਦੀ ਬੇਟੀ ਨੂੰ ਉਹਨਾਂ ਨੂੰ ਵੀ ਟਿਕਟ ਦਿੱਤੀ ਗਈ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ। ਸੋ ਹੋਰ ਬਹੁਤ ਸਾਰੇ ਐਸੇ ਲੀਡਰ ਜਿਹੜੇ ਦੂਸਰੀਆਂ ਪਾਰਟੀਆਂ 'ਚੋਂ ਆਏ ਤੇ ਟਿਕਟਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਉਹਨਾਂ ਨੂੰ ਦੇ ਦਿੱਤੀਆਂ। ਸੋ ਇਹ ਤਾਂ ਤਰੀਕਾ ਇਹਨਾਂ ਦਾ ਪਤਾ ਲੱਗ ਗਿਆ ਸੀ 2017 ਦੀ ਵਿਧਾਨ ਸਭਾ 'ਚ ਚੋਣ ਦੇ ਦੌਰਾਨ ਹੀ। ਜਿਹੜਾ ਵਲੰਟੀਅਰ ਸੀ ਉਹ ਤਾਂ ਦਰੀਆਂ ਵਿਛਾਉਂਦੇ ਰਹਿ ਗਿਆ। ਫਿਰ ਇਹਨਾਂ ਨੇ 19 ਦੀ ਲੋਕ ਸਭਾ ਚੋਣ ਹੋ ਗਈ, ਉਦੋਂ ਵੀ ਦੂਲੋ ਸਾਹਿਬ ਦਾ ਬੇਟਾ ਫਤਿਹਗੜ੍ਹ ਸਾਹਿਬ ਤੋਂ ਬਣੀ ਦੂਲੋ ਟਿਕਟ ਦਿੱਤੀ। ਹੋਰ ਬਹੁਤ ਸਾਰੇ ਇਹਨਾਂ ਨੇ ਐਸੇ ਲੋਕਾਂ ਨੂੰ ਟਿਕਟਾਂ ਜਿਹੜੇ ਆਲਰੇਡੀ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਆਏ। ਇੱਥੋਂ ਤੱਕ ਕਿ ਦੂਲੋ ਸਾਹਿਬ ਖੁਦ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਪਾਰਟੀ ਦੇ, ਉਹਨਾਂ ਦੇ ਬੇਟੇ ਨੂੰ ਚੱਕ ਕੇ ਇਹਨਾਂ ਨੇ ਫਤਿਹਗੜ੍ਹ ਸਾਹਿਬ ਤੋਂ ਐਮਪੀ ਟਿਕਟ ਦੇ ਦਿੱਤੀ। ਸੋ ਇਹ ਜਿਹੇ ਬਹੁਤ ਸਾਰੇ, ਜਦੋਂ ਤੁਸੀਂ ਪੰਜਾਬ ਜਾਓਗੇ ਤਾਂ ਬਹੁਤ ਸਾਰੇ ਹੱਥਿਆਂ ਦੇ ਵਿੱਚੋਂ ਇਹ ਜਿਹੇ ਐਗਜ਼ਾਮਪਲਸ ਆਮ ਸੁਣਨ ਨੂੰ ਮਿਲਦੇ। ਬਹੁਤ ਸਾਰੇ ਹੁਣ ਅਕਾਲੀ ਦਲ ਦੇ ਸਾਬਕਾ ਲੀਡਰ ਜਿਹੜੇ ਚੱਲੇ ਕਾਰਤੂਸ ਆ, ਉਹਨਾਂ ਨੂੰ ਜੁਆਇਨ ਕਰਾ ਕੇ, ਕਿਉਂਕਿ ਉਹਨਾਂ ਨੇ ਚੰਗੇ ਲੁੱਟਦੇ ਰੁਪਈਏ ਉਹਨਾਂ ਕੋਲ ਇਕੱਠੇ ਕੀਤੇ ਹੋਏ ਆ, ਰੁਪਈਆ 10-20 ਲੱਖ ਲੈ ਲੈਣਾ ਤੇ ਉਹਨੂੰ ਟਿਕਟ ਦੇ ਦੇਣਾ, ਤੇ ਅਗਲੇ ਨੂੰ ਸਰਵਾਈਵਲ ਹੋ ਜਾਂਦਾ। ਉਹਨੂੰ ਇਹ ਆ ਕਿ ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਉਹਨੂੰ ਇਹ ਵੀ ਚਲੋ ਮੈਂ ਟਿਕਟ ਲੜਦੀ, ਉਹਦਾ ਇੰਨਾ ਚੌਕ ਪੂਰਾ ਹੋ ਜਾਵੇ। ਸੋ ਇਹ ਰਾਜਨੀਤੀ ਇਹਨਾਂ ਦੀ ਚੱਲ ਰਹੀ ਹੈ। ਕੋਈ ਆਮ ਆਦਮੀ ਪਾਰਟੀ ਨਹੀਂ ਹੈ। ਜਿਹੜੇ ਵਲੰਟੀਅਰ ਪਹਿਲਾਂ ਸੀਗੇ ਉਹ ਪਹਿਲਾਂ ਵੀ ਵਿਚਾਰੇ ਧੱਕੇ ਖਾਂਦੇ ਰਿਹਾ ਤੇ ਹੁਣ ਵੀ ਧੱਕੇ ਖਾਂਦੇ। ਮਾਨ ਸਾਹਿਬ, ਪਿਛਲੇ ਦਿਨਾਂ 'ਚ ਕਿਉਂਕਿ ਆਪਾਂ ਉਹੀ ਮੁੱਦੇ ਨੇ ਜਿਹੜੇ ਪੱਖ ਦੇ ਮਸਲੇ ਨੇ, ਪੱਖ ਦੇ ਮੁੱਦੇ ਨੇ, ਮੈਂ ਉਹੀ ਗੱਲ ਕਰਨ ਜਾ ਰਿਹਾ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਭੰਗੜੇ ਪਾਏ, ਸ਼੍ਰੋਮਣੀ ਅਕਾਲੀ ਦਲ ਨੇ ਵੀ ਲੱਡੂ ਵੰਡੇ ਬਹੁਜਨ ਸਮਾਜ ਪਾਰਟੀ ਦੇ ਨਾਲ, ਕਿਉਂਕਿ ਤੁਸੀਂ ਵੀ ਇੱਕ ਇਲੈਕਸ਼ਨ ਸੀ ਜਿਹੜੀ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਪੀਟੀਏ ਦੇ ਅੰਡਰ ਲੜੀ ਹੋਈ ਹੈ, ਤੇ ਉਹਦੇ ਬਾਰੇ ਕਿਵੇਂ ਸੋਚਦੇ ਹੋ? ਬਿਲਕੁਲ, ਜਿਹੜੀ ਲੋਕ ਇਨਸਾਫ ਪਾਰਟੀ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਹੁੰਦੀਆਂ ਤਾਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਤਿਆਰ ਕੀਤਾ ਗਿਆ, ਜਿਹ 'ਚ ਖਹਿਰਾ ਸਾਹਿਬ, ਜਿਹ 'ਚ ਲੋਕ ਇਨਸਾਫ ਪਾਰਟੀ, ਜਿਹਦੇ 'ਚ ਜਿਹੜੀਆਂ ਲੈਫਟ ਦੀਆਂ ਪਾਰਟੀਆਂ ਹੁੰਦੀਆਂ ਸੀ ਵਗੈਰਾ ਤੇ ਬਹੁਜਨ ਸਮਾਜ ਪਾਰਟੀ, ਇਹ ਸਾਰੀਆਂ ਪਾਰਟੀਆਂ ਦਾ ਇਕੱਠ ਤਿਆਰ ਹੋਇਆ ਸੀ। ਤੇ ਮੈਨੂੰ ਸਮਝ ਨਹੀਂ ਆ ਰਹੀ ਵੀ ਅਕਾਲੀ ਇੰਨੇ ਖੁਸ਼ ਹੋਏ ਫਿਰਦੇ ਆ। ਤੁਸੀਂ ਪੀਡੀਏ ਦੀ ਵੋਟ ਪਰਸੈਂਟੇਜ ਡਿਵਾਈਡ ਕਰ ਦਿਓ, 3 ਲੋਕ ਸਭਾ ਸੀਟਾਂ ਦੇ ਬਹੁਜਨ ਸਮਾਜ ਪਾਰਟੀ ਲੜਦੀ ਹੈ
3 ਦੀ ਲੋਕ ਸਭਾ ਪਾਰਟੀ ਲੜਦੀ ਹੈ ਤੇ 3 ਦੀ ਖਹਿਰਾ ਸਾਹਿਬ ਦੀ ਪਾਰਟੀ ਲੜਦੀ ਹੈ। ਸੋ ਤੁਸੀਂ ਸਾਰੀਆਂ ਪਾਰਟੀਆਂ ਦਾ ਇੰਡੀਵਿਜੂਅਲੀ ਜਿਹੜਾ ਹੈਗਾ ਵੋਟ ਬੈਂਕ ਉਹਨੂੰ ਤੁਸੀਂ ਕਰ ਲਓ ਤੇ ਕਈ ਪਰਸੈਂਟ ਵੋਟ ਜਿਹੜੀ ਆ ਲੋਕ ਸਭਾ ਪਾਰਟੀ ਨੂੰ ਜ਼ਿਆਦਾ ਪਈ ਸੀਗੀ ਬਹੁਜਨ ਸਮਾਜ ਪਾਰਟੀ। ਇਹ ਫੈਕਟ ਆ, ਇਹ 'ਚ ਕੋਈ ਲੁਕੋ ਨਹੀਂ ਹੈਗਾ। ਜੇ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਆਫਿਸ ਚੋਂ, ਮੈਨੂੰ ਲੱਗਦਾ ਇਲੈਕਸ਼ਨ ਕਮਿਸ਼ਨ ਦੇ ਆਫਿਸ ਜਾਣ ਦੀ ਵੀ ਲੋੜ ਨਹੀਂ, ਗੂਗਲ ਤੇ ਮਿਲ ਜਾਣੀ ਆ ਤੇ ਬੜੀ ਈਜ਼ੀਲੀ ਅਵੇਲੇਬਲ ਹੋ ਜੂਗੀ। ਬਹੁਜਨ ਸਮਾਜ ਪਾਰਟੀ ਨਾਲੋਂ ਕਈ ਪਰਸੈਂਟ ਜ਼ਿਆਦਾ ਵੋਟ ਜਿਹੜੀ ਲੋਕ ਸਭਾ ਪਾਰਟੀ ਨੂੰ 2019 ਦੀ ਲੋਕ ਸਭਾ ਚੋਣ ਦੇ ਦੌਰਾਨ ਪਈ ਸੀ। ਸੋ ਜਿਹੜੇ ਅਕਾਲੀ ਹੁਣ ਇੰਨੇ ਖੁਸ਼ ਹੋ ਰਹੇ ਆ, ਮੈਨੂੰ ਸਮਝ ਨਹੀਂ ਆ ਰਹੀ ਕਿ ਐਡੀ ਖੁਸ਼ੀ ਵਾਲੀ ਕੀ ਗੱਲ ਆ, ਕਿਉਂਕਿ ਜਿਹੜਾ ਦਲਿਤ ਹੈ ਉਦੋਂ ਵੀ ਅਸੀਂ, ਕਿਉਂਕਿ ਕੈਂਪੇਨ ਚੱਲ ਰਿਹਾ ਸੀ, ਲੋਕ ਅਕਾਲੀਆਂ ਦੇ ਵਿਰੁੱਧ ਸੀਗੇ ਜੀ, ਖਾਸ ਕਰਕੇ ਬੀਐਸਪੀ ਅਕਾਲੀ ਦਲ ਦਾ ਵਿਰੋਧ ਕਰਦੀ ਰਹੀ ਹੈ। ਅੱਜ ਮੈਨੂੰ ਸਮਝ ਨਹੀਂ ਆ ਰਿਹਾ ਕਿਹੜੇ ਮੂੰਹ ਨਾਲ ਅਕਾਲੀਆਂ ਦੇ ਭਾਈਵਾਲ ਬਣੇ ਬੈਠੇ ਆ ਔਰ ਬੀਐਸਪੀ ਨੂੰ ਉਹੀ ਸੀਟਾਂ ਦਿੱਤੀਆਂ ਨੇ ਅਕਾਲੀਆਂ ਨੇ ਜਿਹੜੇ ਅਕਾਲੀ ਦਲ ਜਿੱਤਣ ਦੇ ਹਾਲਾਤ 'ਚ ਨੇ। ਉਹਨਾਂ ਨੇ ਬੀਐਸਪੀ ਨੂੰ ਸਹਾਰਾ ਲੈ ਕੇ ਆਪਣੀਆਂ ਹਾਰੀਆਂ ਹੋਈਆਂ ਸੀਟਾਂ ਬਸਪਾ ਨੂੰ ਦੇ ਦਿੱਤੀਆਂ, ਜਦੋਂ ਅਕਾਲੀ ਦਲ ਜਿਹੜੀ ਵੱਡੀ ਪਾਰਟੀ ਉਹ ਜਿੱਤਣ ਦੇ ਸਮਰਥਨ ਤਾਂ ਬਸਪਾ ਨੇ ਦਿੱਤੇ। ਮਾਨ ਸਾਹਿਬ, ਇੱਕ ਹੋਰ ਦੁਖਦਾਈ ਹੈ, ਦੇਸ਼ ਦੇ ਅੰਦਰ ਮਹਿੰਗਾਈ, ਗਰੀਬੀ, ਕਿਉਂਕਿ ਕਰੋਨਾ ਕਾਲ ਦਾ ਸਮਾਂ ਵੀ ਜਿਹੜਾ ਚੱਲਦਾ ਰਿਹਾ, ਪੈਟਰੋਲ ਡੀਜ਼ਲ ਨੇ ਮਨਮੋਹਨ ਸਿੰਘ ਜੀ ਉਹਨਾਂ ਦੀ ਪਾਰਟੀ ਨੂੰ ਵੀ ਲੈ ਕੇ ਬਹਿ ਗਏ ਸੀ ਇਹ ਤੇਲ ਨੇ ਜਿਹੜੇ। ਪਰ ਹੁਣ ਜਦੋਂ ਦੇਖਦੇ ਹਾਂ ਕਿ ਇੱਕ ਦਿਨ ਛੱਡ ਕੇ ਰੇਟ ਵੱਧ ਰਿਹਾ ਹੈ, ਕਦੇ ਪੈਟਰੋਲ ਕਦੇ ਡੀਜ਼ਲ, ਹਾਲਾਂਕਿ 100 ਦੇ ਨੇੜੇ ਲੱਗ ਗਿਆ, ਉਹਦੇ ਬਾਰੇ ਕੀ ਜਿਹੜਾ ਦੇਖਦੇ ਹੋ ਕਿ ਪਾਰਟੀਆਂ ਨੇ ਪਹਿਲਾਂ ਦੇਖਦੇ ਸੀਗੇ, ਵਿਰੋਧੀ ਧਿਰ ਵੀ ਜਿਹੜੀ ਗੱਲਬਾਤ ਕਰਦੀ ਹੁੰਦੀ ਸੀ, ਹੁਣ ਇਹ ਮੁੱਦੇ ਪਤਾ ਹੀ ਨਹੀਂ ਕਿੱਧਰ ਗਾਇਬ ਹੋ ਗਏ, ਉਹਦੇ ਬਾਰੇ ਕੀ ਸੋਚਦੇ? ਜੇ ਆਪਾਂ ਦੇਸ਼ ਦੇ ਵਿੱਚ ਵਿਰੋਧੀ ਧਿਰ ਦੀ ਗੱਲ ਕਰਦੇ ਹਾਂ ਤਾਂ ਉਹ ਪੈਨ ਇੰਡੀਆ ਮੈਂ ਗੱਲ ਕਰ ਰਹੀ ਹਾਂ ਤਾਂ ਉਹ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਜਿਹੜੀ ਕਾਂਗਰਸ ਪਾਰਟੀ ਆ, ਉਹਦੇ ਹੁਣ ਹਾਲਾਤ ਇਹ ਹੋ ਚੁੱਕਿਆ ਕਿ ਦੇਸ਼ ਦੀਆਂ 2-3 ਸਟੇਟਾਂ ਦੇ ਵਿੱਚ ਉਹਨਾਂ ਦੀ ਗਵਰਨਮੈਂਟ ਪਾਰਟੀ, ਜੀ ਇੱਕ ਪੰਜਾਬ ਹੈ, ਇੱਕ ਰਾਜਸਥਾਨ ਹੈ, ਇੱਕ ਦੀ ਕੋਈ ਅਲਾਇੰਸ ਨੂੰ ਉਸਦੇ ਵਿੱਚ ਹੋਰ ਕੋਈ ਸਟੇਟ। ਸੋ ਗਾਂਧੀ ਪਰਿਵਾਰ ਦਾ ਆਪਦਾ ਇੰਨਾ ਮਾੜਾ ਹਾਲ ਹੋ ਚੁੱਕਿਆ ਰਾਜਨੀਤਿਕ ਤੌਰ ਤੇ। ਰਾਹੁਲ ਗਾਂਧੀ ਆਪਦੀ ਸੀਟ ਹਾਰ ਚੁੱਕੇ। ਜੇ ਮੈਂ 2019 ਦੀ ਚੋਣ ਦੀ ਗੱਲ ਕਰਾਂ ਤਾਂ ਰਾਹੁਲ ਗਾਂਧੀ ਆਪਦੀ ਜਿਹੜੀ ਉਹਨਾਂ ਦੀ ਫੈਮਿਲੀ ਸੀਟ ਰਹੀ ਆ ਅਮੇਠੀ, ਜਿੱਥੋਂ ਉਹਨਾਂ ਨੇ ਸੀਟ ਲੜੀ ਤੇ ਉਹ ਸਮ੍ਰਿਤੀ ਇਰਾਨੀ ਤੋਂ ਹਾਰੇ ਤੇ ਭੱਜ ਕੇ ਚਲੇ ਗਏ ਕੇਰਲਾ, ਵਾਇਨਾਡ ਜਿਹੜੀ ਉਹਨਾਂ ਨੇ ਐਮਪੀ ਜਿੱਥੋਂ ਹੁਣ ਮੌਜੂਦਾ ਸੰਸਦ। ਤੇ ਜਦੋਂ ਹੁਣ ਉੱਥੇ ਐਮਐਲਏ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਵੱਡੀ ਗਿਣਤੀ ਦੇ ਵਿੱਚੋਂ ਰਾਹੁਲ ਗਾਂਧੀ ਦੇ ਲੋਕ ਸਭਾ ਹਲਕੇ ਦੇ ਵਿੱਚੋਂ ਵੱਡੀ ਗਿਣਤੀ 'ਚ ਜਿਹੜੇ ਕਾਂਗਰਸ ਦੇ ਐਮਐਲਏ ਸੀ ਵਿਧਾਨ ਸਭਾ ਸੀਟਾਂ ਦੇ ਅੰਦਰ ਆਉਂਦੀਆਂ ਸੀ, ਉਹ ਵੱਡੀ ਗਿਣਤੀ 'ਚ ਹਾਰੇ ਆ, ਬਹੁਤ ਬੁਰਾ ਹਾਲ ਹੋਇਆ। ਸੋ ਗਾਂਧੀ ਪਰਿਵਾਰ ਦੇ ਇਹ ਹਾਲਾਤ ਹੋ ਚੁੱਕੇ ਆ ਕਿ ਉਹ ਆਪਣੀਆਂ ਸੀਟਾਂ ਬਚਾਉਣ ਦੇ ਸਮਰੱਥ ਨਹੀਂ ਰਹੇ। ਕਾਂਗਰਸ ਜਿਹੜੀ ਆ ਉਹ ਬਿਲਕੁਲ ਹਾਸ਼ੀਏ ਤੇ ਜਾ ਚੁੱਕੀ ਆ। ਜਦੋਂ ਹੁਣ ਇੱਕ ਓਪੋਜੀਸ਼ਨ ਆਪਦੀ ਹਾਸ਼ੀਏ ਤੇ ਚਲੀ ਗਈ ਤੇ ਉਹਨਾਂ ਨੇ ਕੀ ਲੋਕਾਂ ਦੇ ਮੁੱਦੇ ਉਠਾਉਣੇ ਆ, ਉਹ ਤਾਂ ਉਹੀ ਹਾਲ ਆ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ, ਉਹੀ ਹਾਲ ਕੇਂਦਰ ਦੇ ਵਿੱਚ ਜਿਹੜਾ ਕਾਂਗਰਸ, ਸੇਮ ਹਾਲਾਤ ਨੇ, ਦੋਏ ਬਸ ਖਾਨਾਪੂਰਤੀ ਦੀ ਓਪੋਜੀਸ਼ਨ ਹੈ, ਦੋਨੋਂ ਤੇ ਕੁਛ। ਮਾਨ ਸਾਹਿਬ, ਕੀ ਆਮ ਜਨਤਾ ਹੈ ਜਿਹੜਾ ਉਹ ਕੀ ਕਰੇਗਾ? ਨਿੱਤ ਦਿਨ ਮਹਿੰਗਾਈ ਹੈ, ਨਿੱਤ ਦਿਨ ਕੋਈ ਨਾ ਕੋਈ ਮਸਲਾ ਹੈ, ਕੁਝ ਸਰਕਾਰਾਂ ਸੁਣ ਨਹੀਂ ਰਹੀਆਂ, ਅਫਸਰਸ਼ਾਹੀ ਬੇਲਗਾਮ ਹੈ, ਕੋਈ ਸੁਣ ਨਹੀਂ ਰਿਹਾ। ਕਰੋਨਾ ਕਾਲ ਨੂੰ ਲੈ ਕੇ ਸਰਕਾਰ, ਆਪਾਂ ਦੇਖਦੇ ਹਾਂ ਕਿ ਹੁਣ ਤਾਂ ਚਲੋ ਇਹਨੂੰ ਖੋਲ੍ਹਿਆ ਜਾ ਰਿਹਾ ਹੈ ਤੇ ਲੋਕ ਜਗੜੇ ਬੈਠੇ ਨੇ, ਕੰਮ ਕਾਰ ਖਤਮ ਨੇ ਤੇ ਵਿਰੋਧੀ ਧਿਰ ਆਪਣੀ ਭੂਮਿਕਾ ਨਹੀਂ ਨਿਭਾ ਰਹੀ। ਕਿਸ ਤਰ੍ਹਾਂ ਦਾ ਜਿਹੜਾ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦਾ ਇਹ ਰਹੂਗਾ? ਲੋਕ ਆਪਣੀ ਨਾਰਾਜ਼ਗੀ ਵੋਟਾਂ ਦੇ ਥਰੂ ਹੀ ਜ਼ਾਹਰ ਕਰਨਗੇ ਜਾਂ ਹੋਰ ਵੀ ਇਹਦਾ ਕੋਈ ਆਪਾਂ ਬਦਲ ਹੋ ਸਕਦਾ? ਇਹਦਾ ਇੱਕੋ ਤਰੀਕਾ ਜਿਹੜਾ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਲੋਕਾਂ ਕੋਲੇ ਆਪਦੀ ਗੱਲ ਦਾ ਜਵਾਬ ਦੇਣ ਦਾ ਇੱਕੋ ਤਰੀਕਾ ਹੁੰਦਾ ਹੈਗਾ ਵੋਟ। ਲੋਕਾਂ ਨੂੰ ਚਾਹੀਦਾ ਕਿ ਹੁਣ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਹੁਣ ਸਮਾਂ ਗਿਆ ਦਿੱਲੀ ਵਾਲਾ। ਦਿੱਲੀ ਪੰਜਾਬ ਦੀ ਨਾ ਕਦੇ ਇਤਿਹਾਸ ਚੱਕ ਕੇ ਦੇਖ ਲਓ, ਨਾ ਸੱਖੀ ਹੋਈ ਆ ਤੇ ਨਾ ਹੋਣਾ। ਹੁਣ ਤਾਂ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਸਾਨੂੰ ਇੱਕ ਸਟਰੋਂਗ ਰੀਜਨਲ ਫੋਰਸ ਚਾਹੀਦੀ ਆ ਪੰਜਾਬ ਦੇ ਵਿੱਚ, ਤਾਂ ਕਿ ਅਸੀਂ ਦਿੱਲੀ ਨਾਲ ਘੱਟੋ ਘੱਟ ਲੜਾਈ ਤਾਂ ਲੜ ਸਕੀਏ ਨਾ। ਠੀਕ ਹੈ, ਕੇਂਦਰ ਦੀ ਸਰਕਾਰਾਂ ਬਹੁਤ ਪਾਵਰਫੁਲ ਹੁੰਦੀਆਂ, ਪਰ ਮਮਤਾ ਬੈਨਰਜੀ ਜਾਂ ਹੋਰ ਐਸੇ ਬਹੁਤ ਸਾਰੇ ਲੀਡਰ ਦੇਸ਼ ਦੇ ਵਿੱਚ ਹੈਗੇ ਆ
ਜਿਹੜੇ ਆਪਦੇ ਸਟੇਟ ਦੇ ਵਿੱਚ ਲੜਾਈ ਲੜ ਰਹੇ ਆ, ਔਰ ਲੋਕ ਕਿਤੇ ਨਾ ਕਿਤੇ ਉਹਨਾਂ ਤੋਂ ਜਿਹੜੇ ਆ ਸੰਤੁਸ਼ਟ ਵੀ ਹੈਗੇ ਆ, ਇਸ ਲਈ ਉਹਨਾਂ ਨੂੰ ਵਾਰ-ਵਾਰ ਸੱਤਾ ਵੀ ਦਿੰਦੇ ਆ। ਸੋ ਲੋਕਾਂ ਨੂੰ ਚਾਹੀਦਾ ਹੁਣ ਇੱਕ ਕੇਂਦਰੀ ਪਾਰਟੀ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਇਕਲੌਤੀ ਲੋਕ ਇਨਸਾਫ ਪਾਰਟੀ ਹੈ, ਜਿਹਦੇ ਕੋਲ ਆਪਦਾ ਇਲੈਕਸ਼ਨ ਸਿੰਬਲ ਹੈ, ਜਿਹਦੇ ਕੌਂਸਲਰ ਤੋਂ ਲੈ ਕੇ ਪੰਚ ਸਰਪੰਚ MLA ਤੱਕ ਇੱਕ ਕਾਡਰ ਹੈਗਾ। ਬਾਕੀ ਜਿਹੜੇ ਕੁਝ ਦਲ ਹੈਗੇ ਆ ਜਿਨ੍ਹਾਂ ਦਾ ਹਜੇ ਜਿਹੜੇ ਰਜਿਸਟਰਡ ਵੀ ਨਹੀਂ ਹੋਏ। ਸੋ ਇਕਲੌਤੀ ਅੱਜ ਦੀ ਡੇਟ ਸਾਡੇ ਕੋਲ ਇੱਕੋ ਪਾਰਟੀ ਹੈਗੀ ਆ, ਲੋਕ ਸਾਥ ਦੇਣ। ਜਿਸ ਤਰੀਕੇ ਪਹਿਲਾਂ ਲੋਕ ਇਨਸਾਫ ਪਾਰਟੀ ਨੇ ਗਰਾਊਂਡ ਤੇ ਲੜਾਈ ਲੜੀ ਆ, ਮੈਂ ਪਹਿਲਾਂ ਕਹਿ ਕੇ ਹਟਾ, ਹਰੇਕ ਮੁੱਦੇ ਤੇ ਅਸੀਂ ਗਰਾਊਂਡ ਤੇ ਲੜਾਈ ਲੜੀ। ਜਿਹੜੇ ਕਾਲੇ ਕਾਨੂੰਨਾਂ ਦੀ ਗੱਲ ਹੁੰਦੀ ਆ ਤਾਂ ਲੜਾਈ ਸਭ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਨੇ ਸ਼ੁਰੂ ਕੀਤੀ। ਉਦੋਂ ਚਾਹੇ ਕਾਂਗਰਸ ਵਾਲੇ ਆ ਤੇ ਚਾਹੇ ਅਕਾਲੀ ਆ, ਇਹ ਕਹਿੰਦੇ ਹੁੰਦੇ ਸੀ ਕਿ ਯਾਰ ਇਹ ਰਾਜਨੀਤੀ ਕਰ ਰਿਹਾ ਫਲਾਣਾ ਧਮਕਾਣਾ, ਤੇ ਅੱਜ ਉਹੀ ਲੜਾਈ ਜਿਹੜੀ ਉਦੋਂ ਸ਼ੁਰੂ ਕੀਤੀ ਸੀ, ਅੱਜ ਕੁੱਲ ਪੰਜਾਬ ਦਾ ਕੀ ਕੁੱਲ ਹਿੰਦੁਸਤਾਨ ਦਾ ਜਿਹੜਾ ਕਿਸਾਨ ਆ ਦਿੱਲੀ ਬਾਰਡਰਾਂ ਤੇ ਬੈਠੇ ਉਹੀ ਮੁੱਦਿਆਂ ਤੇ ਸਭ ਤੋਂ ਪਹਿਲੀ ਸ਼ੁਰੂਆਤ ਕੀਤੀ। ਔਰ ਉਹ ਵੀ ਬੜੇ ਇਹ ਨਹੀਂ ਕਿ ਅਖਬਾਰਾਂ 'ਚ ਬਿਆਨ ਲਾ ਕੇ ਸਾਥ 5 ਦਿਨ ਦੀ ਸਾਈਕਲ ਯਾਤਰਾ ਆਹੀ ਦਿਨ ਸੀ ਕਿ ਗਰਮੀਆਂ ਜਦੋਂ ਸ਼ੁਰੂ ਕੀਤੀ ਸੀ। ਸੜਕਾਂ ਰਾਤਾਂ ਦੇ ਮਤਲਬ ਰਾਤਾਂ ਸੜਕਾਂ ਦੇ ਕਿਨਾਰਿਆਂ ਤੇ ਕੱਢੀਆਂ, ਉਂਝੇ ਸੌਂਦੇ ਸੀ ਦੁਨੀਆ ਪਛਾਣ। ਜੇ ਅਸੀਂ ਚਾਹੁੰਦੇ ਹਾਂ ਦਿਨ 'ਚ ਤਪਦੀ ਗਰਮੀ ਦੇ ਵਿੱਚ ਸਾਈਕਲ ਚਲਾਉਣਾ, ਸਾਈਕਲ ਯਾਤਰਾ, ਤਾਂ ਕਿ ਲੋਕ ਅਟਰੈਕਟ ਹੋ ਸਕਣ, ਲੋਕਾਂ ਨੂੰ ਪਤਾ ਲੱਗ ਜੇ ਕਿਤੇ ਕਾਸ਼ ਲੋਕ ਉਦੋਂ ਤੁਰੇ ਹੁੰਦੇ ਜਿਹੜੇ ਰਾਹ ਹੁਣ ਤੁਰੇ ਆ ਨਾ, ਜੇ ਕਿਤੇ ਉਦੋਂ ਤੁਰੇ ਹੁੰਦੇ ਤਾਂ ਇਹ ਕਾਲੇ ਕਾਨੂੰਨ ਕੁਛ ਨਹੀਂ ਸੀ ਬਣਨਾ ਇਹਨਾਂ ਦਾ, ਇਹ ਕਾਲੇ ਕਾਨੂੰਨ ਰੱਦ ਹੋ ਗਏ ਹੁੰਦੇ, ਕਿਉਂਕਿ ਉਦੋਂ ਇਹ ਜਿਹੜੇ ਕਾਨੂੰਨ ਸੀਗੇ ਇਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਨਹੀਂ ਸੀ। ਸੋ ਇਸ ਤਰੀਕੇ ਜੇ ਕਿਤੇ ਲੋਕ ਹੁਣ ਸਾਥ ਦੇਣ ਤਾਂ ਦੱਸਾਂਗੇ ਜ਼ਰੂਰ ਵੀ ਰਾਜਨੀਤੀ ਕਹਿੰਦੀ ਕਿਹਨੂੰ। ਪੋਜ਼ਿਟਿਵ ਜਿਹੜੀ ਪੋਲਿਟਿਕਸ ਆ ਵਾਹਿਗੁਰੂ ਕਿਰਪਾ ਕਰੇ, ਅਸੀਂ ਇੱਕ ਐਗਜ਼ਾਮਪਲ ਸੈੱਟ ਕਰ ਦਿਆਂਗੇ। ਮਾਨ ਸਾਹਿਬ 22 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਅਕਾਲੀ ਦਲ ਨੇ, ਬਹੁਜਨ ਸਮਾਜ ਪਾਰਟੀ ਨੇ, ਹੁਣ ਭਲਕੇ ਅਰਵਿੰਦ ਕੇਜਰੀਵਾਲ ਨੇ ਵੀ, ਆਮ ਆਦਮੀ ਪਾਰਟੀ ਨੇ ਵੀ, ਸਾਨੂੰ ਨਜ਼ਰ ਆ ਰਿਹਾ ਹੈ ਕਿ ਹਲਚਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਇੱਕ ਵੱਡੀ ਜਿਹੜੀ ਖੇਤਰੀ ਪਾਰਟੀ ਹੈ ਉਹ ਲੋਕ ਇਨਸਾਫ ਪਾਰਟੀ ਹੈ। ਕਿਵੇਂ ਲੱਗਦਾ ਭਵਿੱਖ ਅਨਾਇਸ ਹੈ ਜਿਹੜਾ ਉਹ ਕਿਹੜੀ ਪਾਰਟੀ ਨਾਲ ਹੋ ਸਕਦਾ ਹੈ, ਕਿੱਥੇ ਜੇ ਲੱਗ ਰਹੀ ਹੈ ਲੋਕ ਇਨਸਾਫ ਪਾਰਟੀ, ਕੀ ਸੋਚ ਰਹੀ ਹੈ ਇਹਦੇ ਬਾਰੇ? ਗੁਰਵਿੰਦਰ ਜੀ, ਮੈਂ ਪਾਰਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਂ, ਸਾਡੀ ਸਾਰੀ ਕੋਰ ਕਮੇਟੀ ਹੈ। ਅਸੀਂ ਅਲਾਈਅੰਸ ਦਾ ਜਿਹੜਾ ਅਲਾਈਅੰਸ ਕਿਹਦੇ ਨਾਲ ਕਰਨਾ ਕਿਹਦੇ ਨਾਲ ਨਹੀਂ ਕਰਨਾ, ਅਸੀਂ ਆਪਣੇ ਸਾਰੇ ਅਧਿਕਾਰ ਸਰਦਾਰ ਸਿਮਰਜੀਤ ਸਿੰਘ ਬੈਂਸ ਨੂੰ ਦਿੱਤੇ। ਉਹਨਾਂ ਨੂੰ ਜਿਹੜਾ ਸਹੀ ਲੱਗਦਾ ਹੈ ਕਿ ਜਿਹੜੀ ਪਾਰਟੀ ਉਹਨਾਂ ਨੂੰ ਲੱਗਦਾ ਕਿ ਹਾਂ ਸਾਡੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਹੈਗੀਆਂ, ਟਰਮਸ ਐਂਡ ਕੰਡੀਸ਼ਨਸ ਆਉਂਦੀਆਂ ਨਹੀਂ ਹੈਗੀਆਂ, ਕੋਈ ਇਹ ਨਹੀਂ ਕਿ ਸਾਨੂੰ ਪੁਰਾਣੇ ਹਲਕੇ ਦੀ ਟਿਕਟ ਚਾਹੀਦੀ ਆ, ਉਹ ਟਰਮਸ ਐਂਡ ਕੰਡੀਸ਼ਨਸ ਨਹੀਂ, ਪੰਜਾਬ ਦੇ ਮੁੱਦਿਆਂ ਦੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ, ਕਿਉਂਕਿ ਸਾਡੀ ਰਾਜਨੀਤੀ ਬੜੀ ਕਲੀਅਰ ਰਹੀ ਹੈ। 2017 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੋਇਆ, ਪਰ ਜਦੋਂ ਵਿਕਰਮ ਮਜੀਠੀਆ ਤੋਂ ਕੇਜਰੀਵਾਲ ਸਾਹਿਬ ਬਿਨਾਂ ਸ਼ਰਤ ਮਾਫੀ ਮੰਗੇ ਤੇ ਫਿਰ 1 ਮਿੰਟ ਨਹੀਂ ਲਾਇਆ ਬੈਂਸ ਸਾਹਿਬ ਨੇ ਅਲਾਈਅੰਸ ਤੋਂ, ਕਿਉਂਕਿ ਅਸੀਂ ਮੁੱਦਿਆਂ ਤੇ ਪਹਿਰਾ ਦਿੰਦੇ ਹਾਂ ਠੋਕ ਕੇ। ਅਸੀਂ ਉਹ ਰਾਜਨੀਤੀ ਨਹੀਂ ਕਰਦੇ, ਮੈਂ ਪਹਿਲਾਂ ਕਹਿ ਕੇ ਹਟਿਆ, ਗੋਲ ਮੋੜ ਰਾਜਨੀਤੀ ਨਹੀਂ, ਭਗਵੰਤ ਮਾਨ ਵਾਲੀ ਰਾਜਨੀਤੀ ਨਹੀਂ ਹੈਗੀ ਵੀ ਉਦੋਂ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਫਿਰ ਚੁੱਪ ਚਪੀਤੇ ਬਿਨਾਂ ਕੋਈ ਲੋਕਾਂ ਨੂੰ ਸਪਸ਼ਟੀਕਰਨ ਦਿੱਤੇ ਆਪ ਹੀ ਪ੍ਰਧਾਨ ਬਣ ਗਿਆ। ਸੋ ਉਹ ਰਾਜਨੀਤੀ ਨਹੀਂ, ਜਿਹੜਾ ਅਸੀਂ ਜੋ ਕਹਿੰਦੇ ਉਹ ਕਰਕੇ ਦਿਖਾਓ। ਸੋ ਹੁਣ ਵੀ ਜਿਹੜੇ ਮੁੱਦਿਆਂ ਦੇ ਉੱਪਰ ਸਾਡਾ ਕਿਸੇ ਪਾਰਟੀ ਨਾਲ ਲਾਈਕ ਮਾਈਂਡਡ ਜ਼ਿਆਦਾ ਲੋਕ ਇਕੱਠੇ ਹੋ ਜਾਣ, ਜਾਂ ਫਿਰ ਜੇ ਕਿਸੇ ਵੱਡੀ ਪਾਰਟੀ ਨਾਲ ਵੀ ਸਾਨੂੰ ਅਲਾਈਅੰਸ ਕਰਨਾ ਪਿਆ ਤਾਂ ਉਹਦੇ ਨਾਲ ਪਹਿਲਾਂ ਕੁਝ ਮੁੱਦੇ ਪੰਜਾਬ ਦੇ ਜਿਹੜੇ ਮੇਨ ਜਿਹੜੇ ਪੰਜਾਬ ਦੀ ਹੋਂਦ ਦੇ ਮੁੱਦੇ ਆ, ਉਹਨਾਂ ਦੇ ਉੱਪਰ ਪਬਲਿਕਲੀ ਲੋਕਾਂ ਦੇ ਵਿੱਚ ਬੈਠ ਕੇ ਪਹਿਲਾਂ ਉਹਦੇ ਤੇ ਸਹਿਮਤੀ ਹੋਊਗੀ, ਫਿਰ ਜਿਹੜਾ ਅਲਾਈਅੰਸ ਕਰਾਂਗੇ। ਮਾਨ ਸਾਹਿਬ, ਕਿਉਂਕਿ 22 ਦੀਆਂ ਤਿਆਰੀਆਂ ਸਾਰੀਆਂ ਪਾਰਟੀਆਂ ਰੁੱਝ ਗਈਆਂ ਨੇ, ਲੋਕ ਇਨਸਾਫ ਪਾਰਟੀ ਦੀ ਕਿੰਨੀ ਕੁ ਤਿਆਰੀ ਹੈ ਤੇ ਕਿਹੋ ਜਿਹੀ? ਸਾਡੀ ਤਿਆਰੀ 117 ਹਲਕਿਆਂ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਬਹੁਤ ਸੋਹਣੀ ਚੱਲ ਰਹੀ ਆ। ਪਿਛਲੇ ਦਿਨੀ ਅਸੀਂ ਲੋਕ ਇਨਸਾਫ ਪਾਰਟੀ ਜ਼ਿਲ੍ਹਾ ਸੰਗਰੂਰ ਦਾ ਢਾਂਚਾ, ਨਵਾਂ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ, ਢਾਂਚਾ ਭੰਗ ਕੀਤਾ ਗਿਆ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਵਿਦਨ ਸਮ ਡੇਜ਼ ਔਰ ਲੈਸ ਦੈਨ ਅ ਵੀਕ, ਇੱਕ ਹਫ਼ਤੇ ਤੋਂ ਪਹਿਲਾਂ ਅਸੀਂ ਜ਼ਿਲ੍ਹਾ ਸੰਗਰੂਰ ਦਾ ਨਵਾਂ ਢਾਂਚਾ ਅਸੀਂ ਅਨਾਉਂਸ ਕਰਨ ਜਾ ਰਹੇ ਹਾਂ। ਰਹੀ ਗੱਲ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ,
ਕੱਲੇ ਜ਼ਿਲ੍ਹੇ ਨੂੰ ਫੋਕਸ ਕਰ ਰਹੇ ਹਾਂ, ਆਪ ਕੱਲੇ ਅਸੈਂਬਲੀ ਹਲਕੇ ਨੂੰ ਫੋਕਸ ਕਰ ਰਹੇ ਹਾਂ। ਮੀਟਿੰਗਾਂ ਦਾ ਦੌਰ ਜਾਰੀ ਹੈ, ਹਲਕਾ ਚਾਰਜਸ ਨਾਲ ਮੀਟਿੰਗ ਕੀਤੀ ਜਾ ਰਹੀ ਹੈ, ਫੀਡਬੈਕ ਲਈ ਜਾ ਰਹੇ ਆ, ਤੇ ਬੜੀ ਜਲਦੀ ਤੁਸੀਂ ਦੇਖੋਗੇ ਅਸੀਂ ਇੱਕ ਵੱਡੇ ਜਿਹੜੇ ਚਾਹੇ ਜ਼ਿਲ੍ਹਾ ਪੱਧਰੀ, ਕਿਉਂਕਿ ਹਜੇ ਕੋਵਿਡ ਕਰਕੇ ਪ੍ਰੋਬਲਮਸ ਆ ਰਹੀ, ਕੋਵਿਡ ਕਰਕੇ ਤੁਹਾਨੂੰ ਮੈਰਿਜ ਪੈਲੇਸਿਸ 'ਚ ਤੁਸੀਂ ਤੱਕ ਨਹੀਂ ਕਰ ਸਕਦੇ, ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ। ਸੋ ਤਾਂ ਕਰਕੇ ਜਿਹੜਾ ਰੈਲੀਆਂ ਦਾ ਨੁੱਕੜ ਮੀਟਿੰਗਾਂ ਦਾ ਦੌਰ ਹੈ ਉਸ ਲਈ ਬੰਦ ਕੀਤਾ ਹੋਇਆ, ਬਟ ਅੰਦਰੋਂ ਮੀਟਿੰਗਸ ਜਿਹੜੀਆਂ ਜਾਰੀ ਨੇ, ਲੋਕਾਂ ਨਾਲ ਇੰਟਰੈਕਸ਼ਨ ਬੜੀ ਜਲਦੀ ਜਿਹੜਾ ਢਾਂਚਾ ਅਨਾਉਂਸ ਕੀਤਾ ਜਾਏਗਾ। ਐਂਡ ਜਿਹੜਾ ਚੋਣ ਹੈ 2022 ਦੀ, ਉਹ ਬੜੀ ਗੱਜ ਵੱਜ ਕੇ ਬੜੇ ਜ਼ੋਰ ਸ਼ੋਰ ਨਾਲ ਲੱਗਦੀ ਹੈ। ਮਾਨ ਸਾਹਿਬ, ਪਿਛਲਾ ਸਮਾਂ ਜਦੋਂ 6 ਮਹੀਨੇ ਰਹਿੰਦੇ ਨੇ ਤਾਂ ਪਾਰਟੀਆਂ ਛੱਡਣ ਦਾ, ਪਾਰਟੀਆਂ ਬਦਲਣ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਦੂਜੇ ਦੀ ਕਿਸ਼ਤੀ 'ਚ ਸਵਾਰ ਹੋਣ ਦੇ ਜਿਹੜੇ ਸਮੇਂ ਨੇ ਉਹ ਵੀ ਨੇੜੇ ਆ ਚੁੱਕੇ ਨੇ। ਤੇ ਜਿਹੜੇ ਲੋਕ ਇਨਸਾਫ ਪਾਰਟੀ ਨਾਲ, ਜਿਹੜੇ ਨੌਜਵਾਨ, ਨਵੇਂ ਨੌਜਵਾਨ ਲੋਕ ਇਨਸਾਫ ਪਾਰਟੀ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਲਈ ਕੀ ਸੁਨੇਹਾ ਦਿਓ? ਜਿਹੜਾ ਆਦਮੀ ਜਿਹੜਾ ਕਿਰਦਾਰ ਸਾਫ਼ ਹੈ, ਜਿਹੜਾ ਕੋਈ ਟਿੰਟੜ ਬੰਦਾ ਨਹੀਂ ਹੈ, ਇਹ ਨਹੀਂ ਹੈਗਾ ਵੀ ਪਹਿਲਾਂ ਉਹ ਅਕਾਲੀਆਂ 'ਚ ਰਹਿ ਕੇ ਚਿੱਟਾ ਵੇਚਦਾ ਰਿਹਾ ਹੋਵੇ ਜਾਂ ਕਾਂਗਰਸੀਆਂ 'ਚ ਰਹਿ ਕੇ ਉਹਨੇ ਕੋਈ ਨਕਲੀ ਸ਼ਰਾਬ ਦਾ ਕਾਰੋਬਾਰ ਕੀਤਾ ਹੋਵੇ, ਕੋਈ ਐਸਾ ਵਿਅਕਤੀ ਨਹੀਂ। ਜਿਹੜੇ ਬੰਦੇ ਦੀ ਛਵੀ ਸਾਫ਼ ਸੁਥਰੀ ਆ, ਜਿਹੜਾ ਬੰਦਾ ਸਮਾਜ ਲਈ ਕੁਝ ਕਰਨਾ ਚਾਹੁੰਦਾ, ਜਿਹੜਾ ਪੰਜਾਬ ਦੇ ਲਈ ਸੱਚੇ ਦਿਲੋਂ ਹਮਦਰਦੀ ਰੱਖਦਾ, ਉਹ ਆਦਮੀ ਜਦੋਂ ਮਰਜ਼ੀ ਸਾਡੇ ਨਾਲ ਆ ਕੇ ਜੁੜ ਸਕਦਾ। ਮੋਸਟ ਵੈਲਕਮ, ਜੀ ਆਇਆਂ ਨੂੰ। ਪਰ ਟੈਂਟਡ ਲੋਕਾਂ ਲਈ ਕੋਈ ਜਗ੍ਹਾ ਨਹੀਂ। ਉਹ ਨਹੀਂ ਕਿ ਪਹਿਲਾਂ ਜਿਸ ਤਰੀਕੇ ਪਾਰਟੀਆਂ ਦੇ ਵਿੱਚ ਹੁੰਦਾ ਕਿ ਵੋਟਾਂ ਨੂੰ ਦੇਖਿਆ ਜਾਂਦਾ ਜਾਂ ਪੈਸੇ ਨੂੰ ਦੇਖਿਆ ਜਾਂਦਾ, ਉਹ ਤਰੀਕਾ ਨਹੀਂ। ਜਿਹੜੇ ਬੰਦੇ ਦਾ ਕਿਰਦਾਰ ਸਹੀ ਆ, ਲੋਕਾਂ ਲਈ ਜਿਹੜਾ ਲੜਨ ਦੀ ਸਮਰੱਥਾ ਰੱਖਦਾ, ਉਹ ਬੰਦੇ ਨੂੰ ਜੀ ਆ। ਮਾਨ ਸਾਹਿਬ, ਹਲਕਾ ਸੰਗਰੂਰ ਦੇ ਨੌਜਵਾਨਾਂ ਲਈ, ਉਹਨਾਂ ਲਈ ਕੋਈ ਆਫਿਸ ਖੁੱਲ ਰਿਹਾ, ਕਿਉਂਕਿ ਜ਼ਿਲ੍ਹਾ ਪ੍ਰਧਾਨ ਵੀ ਹੁਣ ਐਕਟਿਵ ਹੋ ਚੁੱਕੇ ਨੇ, ਉਹਨਾਂ ਦੀਆਂ ਕਿਵੇਂ ਤਿਆਰੀਆਂ ਜਿਹੜੀਆਂ ਚੱਲਦੀਆਂ? ਵਿਦਨ ਸਮ ਡੇਜ਼, ਥੋੜ੍ਹੇ ਦਿਨਾਂ ਦੇ ਵਿੱਚ ਹੀ ਤੁਹਾਡੇ ਸਾਹਮਣੇ ਸਾਰਾ ਕੁਛ ਆ ਚੁੱਕਿਆ। ਬਕਾਇਦਾ ਹੈਲਪਲਾਈਨ ਨੰਬਰ, ਸਾਰੀਆਂ ਤਿਆਰੀਆਂ ਹੋ ਚੁੱਕੀਆਂ। ਮੈਂ ਤੁਹਾਨੂੰ ਦੱਸਿਆ ਪਹਿਲਾਂ ਕੋਵਿਡ ਕਰਕੇ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਆ ਰਹੀਆਂ ਸੀਗੀਆਂ। ਸੋ ਬਹੁਤ ਜਲਦੀ ਦਫ਼ਤਰ ਵੀ ਖੁੱਲ੍ਹਣ ਜਾ ਰਿਹਾ। ਲੋਕਾਂ ਦੀਆਂ ਸਮੱਸਿਆਵਾਂ ਬਹਿਸ ਸਾਹਿਬ ਦੀ ਤਰਜ਼ ਦੇ ਉੱਪਰ ਹਲਕੇ ਦੇ ਵਿੱਚ ਸੁਣੀਆਂ ਜਾਣਗੀਆਂ ਤੇ ਉਹਨਾਂ ਦਾ ਹੱਲ ਕੱਢਿਆ ਜਾਊਗਾ। ਹਲਕੇ ਦੇ ਲੋਕਾਂ ਲਈ ਹੁਣ ਵੀ ਸਾਡੀ ਹੈਲਪਲਾਈਨ ਨੰਬਰ ਹੈਗਾ ਹੀ ਹੈ, ਜਿਹਨੂੰ ਮੈਂ ਖੁਦ ਵੀ ਡੀਲ ਕਰਦਾ, ਮੇਰੀ ਟੀਮ ਵੀ ਡੀਲ ਕਰਦੀ ਹੈ। ਮੋਸਟ ਵੈਲਕਮ, ਕੋਈ ਪ੍ਰੋਬਲਮ ਨਹੀਂ। ਲੋਕਾਂ ਨੂੰ ਹੁਣ ਵੀ ਜਿਹੜੇ ਕੰਮ ਹੁੰਦੇ ਆ ਮੇਰੇ ਇੱਥੇ ਰੈਜ਼ੀਡੈਂਸ ਦੇ ਉੱਪਰ ਆ ਕੇ ਰੋਕ ਕਰਵਾਉਂਦੇ ਆ, ਕੋਈ ਐਸੀ ਪ੍ਰੋਬਲਮ ਨਹੀਂ ਹੈ। ਬੜੀ ਜਲਦੀ ਜਿਹੜਾ ਦਫ਼ਤਰ ਖੋਲ੍ਹ ਕੇ ਵੀ ਉਹਨਾਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਊਗਾ। ਉਹਦੇ ਨਾਲ ਨੋ ਡਾਊਟ ਜਦੋਂ ਦਫ਼ਤਰ ਖੁੱਲ੍ਹਦਾ, ਬੋਰਡ ਲੱਗਦੇ ਆ, ਤਾਂ ਆਮ ਲੋਕਾਂ ਨੂੰ, ਜਿਹੜੇ ਗੈਰ ਰਾਜਨੀਤਿਕ ਲੋਕ ਆ ਜਾਂ ਜਿਨ੍ਹਾਂ ਦੇ ਇੰਨੇ ਲਿੰਕਸ ਨਹੀਂ ਹੈਗੇ, ਉਹਨਾਂ ਨੂੰ ਆਉਣਾ ਬੜਾ ਸੌਖਾ ਹੋ ਜਾਂਦਾ। ਬਹੁਤ ਜਲਦੀ ਸੰਗਰੂਰ ਵੀ, ਭਵਾਨੀਗੜ੍ਹ ਵੀ ਦਫ਼ਤਰ ਜਿਹੜਾ ਖੁੱਲ੍ਹੇਗਾ। ਇਸ ਮੁੱਦੇ ਨੂੰ ਜਾਣ ਬੁੱਝ ਕੇ ਖਰਾਬ ਕੀਤਾ ਜਾ ਰਿਹਾ, ਕਿਉਂਕਿ ਸਾਡਾ ਸਿੱਖਾਂ ਦਾ ਬਹੁਤ ਵੱਡਾ ਸਿਸਟਮ ਹੁੰਦਾ ਹੈ। ਅਸੀਂ ਹਰੇਕ ਚੀਜ਼ ਨਾਲ ਸਮਝੌਤਾ ਕਰ ਸਕਦੇ, ਪਰ ਗੁਰੂ ਤੋਂ ਉੱਪਰ ਕੁਛ ਨਹੀਂ। ਸਾਡੇ ਲਈ ਗੁਰੂ ਸਭ ਤੋਂ ਉੱਪਰ ਹੈ, ਸਾਡੀ ਜਾਨ ਤੋਂ ਵੀ ਉੱਪਰ ਸਾਡਾ ਗੁਰੂ। ਸੋ ਉਸ ਮੁੱਦੇ ਨੂੰ ਇਸ ਤਰੀਕੇ ਖਰਾਬ ਕੀਤਾ ਇਹਨਾਂ ਨੇ, ਕਦੇ ਉਹਨੂੰ ਅਪ ਕਰ ਦਿੰਦੇ ਆ, ਫਿਰ ਡਾਊਨ, ਤਾਂ ਕਿ ਲੋਕਾਂ ਨੂੰ ਇਹ ਲੱਗਣ ਲੱਗ ਜਾਏ ਵੀ ਲੋਕ ਨਿਰਾਸ਼ ਹੋ ਜਾਣ, ਲੋਕਾਂ ਨੂੰ ਇਹ ਲੱਗਣ ਲੱਗ ਜਾਏ ਕਿ ਇਸ ਮੁੱਦੇ ਦਾ ਕੋਈ ਹੱਲ ਨਹੀਂ ਹੋਣਾ, ਤੇ ਬਾਰ-ਬਾਰ ਇਹ ਜਿਹੀਆਂ ਗੰਦੀਆਂ ਚਾਲਾਂ ਜਿਹੜੀਆਂ ਗਵਰਨਮੈਂਟਸ ਵੱਲੋਂ ਚਲੀਆਂ ਜਾਣ। ਮਾਨ ਸਾਹਿਬ, ਉਹੀ ਅਫਸਰ, ਤੁਸੀਂ ਵੀ ਸਵਾਲ ਖੜੇ ਕੀਤੇ, ਹੋਰ ਵੀ ਸਵਾਲ ਜਿਹੜੇ ਲੋਕ ਨੇ ਖੜੇ ਕਰਦੇ ਨੇ। ਹੁਣ ਇਹੀ ਆਫੀਸਰ ਨੇ ਜਿਹੜੇ ਇਹ ਸਿਆਸਤ ਦੇ ਵਿੱਚ ਆ ਰਹੇ ਨੇ ਤੇ ਪਾਰਟੀ ਵੀ ਚੁਣ ਰਹੇ ਨੇ, ਆਮ ਆਦਮੀ ਪਾਰਟੀ। ਕੀ ਸਮਝਦੇ ਹੋ ਭਾਜਪਾ ਦੇ ਆਗੂਆਂ ਦਾ ਵੀ ਜਿਹੜਾ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲ ਜਾ ਰਹੇ ਨੇ, ਉਹਦੇ ਬਾਰੇ ਕੀ ਸੋਚਦੇ? ਬੱਚਾ ਅੱਜ ਪੰਜਾਬ ਦਾ ਜਾਣਦਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਕੋਈ ਟੀਮ ਨਹੀਂ। ਜਿੱਥੇ ਬੀਜੇਪੀ ਨੇ ਆਪ ਦੋ ਕਰਨਾ ਹੁੰਦਾ, ਪਹਿਲਾਂ ਆਮ ਆਦਮੀ ਪਾਰਟੀ ਨੂੰ ਭੇਜਿਆ ਜਾਂਦਾ ਤਾਂ ਕਿ ਜਿਹੜੀ ਸੈਕੂਲਰ ਵੋਟ ਆ ਉਹ ਕਾਂਗਰਸ ਦੀ ਡਿਵਾਈਡ ਕਰਦੇ। ਮੈਂ ਸਿਰਫ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਮੈਂ ਬਾਕੀ ਸੂਬਿਆਂ 'ਚ ਵੀ ਇਹੀ ਸਟ੍ਰੈਟਜੀ, ਸੇਮ ਸਟ੍ਰੈਟਜੀ ਹੈ ਜਿਹੜੀ ਬਣਾਈ ਜਾ ਰਹੀ ਹੈ। ਬੀਜੇਪੀ ਪੰਜਾਬ ਦੇ ਵਿੱਚ, ਬੀਜੇਪੀ ਨੂੰ ਪਤਾ ਵੀ ਹੁਣ ਸਾਡਾ ਕੁਛ ਨਹੀਂ ਵੱਡੀ। ਬੀਜੇਪੀ ਦੇ 117 ਉਮੀਦਵਾਰਾਂ ਦੇ, ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਇਹ ਗੱਲ, 117 ਦੇ 117 ਉਮੀਦਵਾਰਾਂ ਦੀਆਂ ਬੀਜੇਪੀ ਦੀਆਂ ਜ਼ਮਾਨਤਾਂ ਜ਼ਬਤ ਹੋਣ, ਸੈਂਕੜੇ ਵੋਟ ਨਿਕਲੂਗੀ, ਕੋਈ 500 ਵੋਟ ਐਮਐਲਏ ਨੂੰ। ਇਹ ਹਾਲਾਤ ਹੋਣ ਜਾ ਰਿਹਾ ਆਉਣ ਵਾਲੀਆਂ ਚੋਣਾਂ ਦੇ। ਸੋ ਹੁਣ ਬੀਜੇਪੀ ਜਿਹੜੇ ਆਪਣੇ ਲੀਡਰ ਨੇ,
ਉਹਨਾਂ ਨੂੰ ਜੋ A ਟੀਮ ਫੇਲ ਹੋ ਗਈ ਬੀਜੇਪੀ ਦਾ, ਹੁਣ B ਟੀਮ RSS ਦੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ, ਉਹਦੇ ਰਾਹੀਂ ਬਾੜ ਕੇ ਉਹਨਾਂ ਨੂੰ ਫੇਰ ਐਕਟਿਵ ਕਰਨਾ ਚਾਹੁੰਦੇ ਆ, ਉਹਨਾਂ ਨੂੰ MLA ਬਣਾਉਣਾ ਚਾਹੁੰਦੇ ਆ, ਉਹਨਾਂ ਨੂੰ ਰਾਜਨੀਤੀ 'ਚ ਲੈ ਕੇ ਜਿਉਂਦਾ ਰੱਖਣਾ ਚਾਹੁੰਦੇ ਆ ਰਾਜਨੀਤੀ ਦੇ ਵਿੱਚ, ਤਾਂ ਕਿ ਜਿਹੜਾ RSS ਦਾ ਪ੍ਰੋਪੇਗੈਂਡਾ ਰਿਹਾ ਸ਼ੁਰੂ ਤੋਂ, ਜਿਹੜੀ ਉਹਨਾਂ ਦੀ ਸਟ੍ਰੈਟਜੀ ਰਹੀ ਉਹ ਜਿਉਂਦੀ ਰਹੇ। ਮਾਨ ਸਾਹਿਬ, ਆਮ ਆਦਮੀ ਪਾਰਟੀ ਥੋੜਾ ਸਹੀ ਵੱਧ ਸਹੀ ਕੰਮ ਕਰ ਰਹੀ ਹੈ, ਜ਼ਮੀਨ ਤੇ ਨਜ਼ਰ ਆ ਰਹੀ ਹੈ। ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਬੜੀ ਜਲਦੀ ਉਹ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਐਲਾਨ ਕਰਨਗੇ, ਤੇ ਉਹਦੇ ਬਾਰੇ ਕੀ ਸੋਚ? ਗੁਰਵਿੰਦਰ ਜੀ, ਹੁਣ ਤੱਕ ਦੀ ਵਿਰੋਧੀ ਧਿਰ ਦਾ ਇੱਕ ਰੋਲ ਗਵਰਨਮੈਂਟ ਦੀ ਸ਼ੈਡੋ ਕਿਹਾ ਜਾਂਦਾ, ਪਰਛਾਈ ਹੋਈ ਆ ਵਿਰੋਧੀ ਧਿਰ। ਜਦੋਂ ਦਾ ਸੁਖਪਾਲ ਖਹਿਰਾ ਲੀਡਰ ਆਫ ਆਪੋਜੀਸ਼ਨ ਦੇ ਅਹੁਦੇ ਤੋਂ ਲਾਇਆ ਇਹਨਾਂ ਨੇ, ਤੁਸੀਂ ਮੈਨੂੰ ਇੱਕ ਪ੍ਰਾਪਤੀ ਗਿਣਾ ਦਿਓ ਆਮ ਆਦਮੀ ਪਾਰਟੀ ਦੀ। ਮੇਰੇ ਲੋਕਲ ਹਲਕੇ ਚੋਂ ਸੰਸਦ ਨੇ ਭਗਵੰਤ ਮਾਨ ਜਿਹੜੇ ਇਹਨਾਂ ਦੇ ਪ੍ਰਧਾਨ ਨੇ, ਮੇਰੇ ਬਿਲਕੁਲ ਨਾਲ ਲੱਗਦਾ ਹਲਕਾ ਦਿੜਪਾ, ਜਿੱਥੋਂ ਉਹਨਾਂ ਦੇ LOP ਮਿਸਟਰ ਚੀਮਾ ਜਿੱਥੋਂ ਦੇ ਵਿਧਾਇਕ ਨੇ, ਤੇ ਤੁਸੀਂ ਮੈਨੂੰ ਇਹਨਾਂ ਦੀ ਇੱਕ ਪ੍ਰਾਪਤੀ, ਮੈਂ ਇੱਕ ਕਹਿ ਰਿਹਾ, ਇੱਕ ਪ੍ਰਾਪਤੀ ਦੱਸ ਦਿਓ ਬਤੌਰ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ, ਜਾਂ ਬਤੌਰ ਵਿਰੋਧੀ ਧਿਰ ਜਿਹੜੀ ਮੇਨ ਵਿਰੋਧੀ ਧਿਰ ਆ, ਮੁੱਖ ਵਿਰੋਧੀ ਧਿਰ ਹੈ, ਉਹਦੇ ਪ੍ਰਧਾਨ ਦੇ ਤੌਰ ਤੇ ਜਿਹੜੀ ਇਹਨਾਂ ਨੇ ਖਹਿਰੇ ਦੇ ਲਾਏ ਜਾਣ ਤੋਂ ਬਾਅਦ ਇਹਨਾਂ ਦੀ ਕੋਈ ਪ੍ਰਾਪਤੀ ਹੋਵੇ, ਤੁਸੀਂ ਦੱਸ ਦਿਓ। ਜ਼ੀਰੋ ਹੈ। ਤੁਸੀਂ ਕੋਈ ਪੋਲੀਟੀਕਲ ਪਾਰਟੀਆਂ ਹੋਈ ਕੋਈ 5 ਬੰਦੇ ਖੜੇ ਕਰਕੇ ਉਹਨਾਂ ਦੇ ਸੋਪੇ ਪਾਦੇ ਜਾਂ ਹੋਰ ਉਹ ਚੀਜ਼ਾਂ ਕੋਈ ਮੈਟਰ ਨਹੀਂ ਕਰਦੀਆਂ, ਤਾਂ ਗੱਲ ਹੀ ਵੀ ਕਰ ਰਹੇ ਹੋ, ਤਾਂ ਦੂਜੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਕਰ ਰਹੀਆਂ। ਮਾਨ ਸਾਹਿਬ, ਬਿਲਕੁਲ ਨਹੀਂ। ਪਿੱਛੇ ਜੇ ਬਿਜਲੀ ਦਾ ਮੁੱਦਾ ਵੀ ਸਾਹਮਣੇ ਆਇਆ, ਆਮ ਆਦਮੀ ਪਾਰਟੀ ਨੇ ਬੜੇ ਜ਼ੋਰ ਸ਼ੋਰ ਨਾਲ ਚੱਕਿਆ ਜਿਹੜਾ ਮੁੱਦਾ, ਤੇ ਘਰਾਓ ਵੀ ਕੀਤਾ, ਕਿਉਂਕਿ ਬੱਚਿਆਂ ਦੇ ਜਿਹੜੇ ਵਜ਼ੀਫੇ ਸੀ ਉਸ ਮੁੱਦੇ ਨੂੰ ਆਮ ਆਦਮੀ ਪਾਰਟੀ ਨੇ ਚੱਕਿਆ। ਇਸ ਤਰ੍ਹਾਂ ਦੀ ਗੱਲ ਨਹੀਂ। ਕਿਵੇਂ ਜਿਹੜਾ ਇਹਨਾਂ ਦਾ ਮੁੱਦਾ ਚੱਕਣ ਦਾ ਸਟਾਈਲ ਹੈ ਗੁਰਵਿੰਦਰ ਜੀ, ਉਹ ਐਸਾ ਹਲਕਾ ਫੁਲਕਾ ਹੈ ਜਿਹਨੂੰ ਆਪਾਂ ਪੰਜਾਬੀ 'ਚ ਕਹੀਏ ਖਾਨਾ ਪੂਰਤੀ ਕਰਦੇ। ਇਹ ਵਜ਼ੀਫਿਆਂ ਦਾ ਜਿਹੜਾ ਮੁੱਦਾ ਹੈ, ਤੁਹਾਡੇ ਯਾਦ ਹੋਊਗਾ, ਇਹ ਸਾਡੀ ਪਾਰਟੀ ਨੇ ਚੱਕਿਆ ਸੀ। ਜਿਹਨੂੰ ਫਾਈਟ ਕਰਨੀ ਕਹਿੰਦੇ ਆ, ਮੈਂ ਤੁਹਾਨੂੰ ਉਹ ਦੱਸ ਰਿਹਾ ਵੀ ਫਾਈਟ ਕਰਨੀ ਕੀ ਹੁੰਦੀ ਆ। ਇੱਕ ਹੁੰਦਾ ਗੋਲ ਮੋਲ ਅਖਬਾਰਾਂ 'ਚ ਬਿਆਨ ਲਾਉਣੇ, ਜਾਂ ਜਾ ਕੇ ਕਿਤੇ ਸਾਈਡ ਤੇ ਦਰੀ ਵਿਛਾ ਕੇ 2-4 ਦਿਨ ਬਹਿ ਕੇ ਅਖਬਾਰਾਂ 'ਚ ਫੋਟੋ ਲਗਾ ਲਈਆਂ। ਇੱਕ ਹੁੰਦੀ ਆ ਫਾਈਟ ਕਰਨੀ, ਤੇ ਫਾਈਟ ਕੀਤੀ ਸੀਗੀ। ਉਹਦੀ ਮੈਂ ਦਾ ਘਰਾਓ ਕੀਤਾ ਗਿਆ, ਮੈਂ ਸੀਰੀਅਸਲੀ ਇੰਜਰਡ ਹੋਇਆ ਸੀਗਾ ਉਸ ਘਰਾਓ ਦੀ ਦੌਰਾਨ। ਤੁਸੀਂ ਉੱਧਰ ਯਾਦ ਜਿੱਥੇ ਮੈਂ ਸੀਰੀਅਸਲੀ ਇੰਜਰਡ ਹੋਇਆ ਸੀ, ਮੇਰੇ ਸਿਰ 'ਚ ਡਾਂਗਾ ਮਾਰੇਗਾ ਪੂਰੀ ਬਾਡੀ ਤੇ, ਅੱਜ ਵੀ ਮੈਨੂੰ ਉਹਦਾ ਨਿਸ਼ਾਨ ਨੇ ਬਾਡੀ ਦੇ ਉੱਪਰ। ਸੋ ਉਹ ਹੁੰਦਾ ਫਾਈਟ ਕਰਨ ਦਾ ਤਰੀਕਾ। ਤੁਸੀਂ ਜਾ ਕੇ ਜਦੋਂ ਸਰਕਾਰ ਦੀ ਹਿੱਕ 'ਚ ਲੱਗਦੇ ਹੋ, ਤੁਸੀਂ ਬੈਠ ਕੇ ਅਖਬਾਰਾਂ 'ਚ ਬਿਆਨ ਦੇਈ ਜਾਓ। ਹੁਣ ਬਿਜਲੀ ਮੁੱਦੇ ਦੀ ਤੁਸੀਂ ਗੱਲ ਕੀਤੀ ਹੈ, ਕੀ ਕਰਦੇ ਸੀ? ਇੱਕ ਮਹੱਲੇ 'ਚ ਗਏ, ਉੱਥੋਂ ਕੋਈ 10-5 ਪਰਿਵਾਰ ਇਕੱਠੇ ਕਰ ਲਏ, ਉਹਨਾਂ ਨੂੰ ਕਿਹਾ ਤੁਸੀਂ ਬਿਜਲੀ ਦੇ, ਲੋਕ ਬੜੇ ਭੋਲੇ ਆ, ਉਹਨਾਂ ਤੋਂ ਬਿਜਲੀ ਦੇ ਬਿੱਲ ਮੰਗਾ ਲਏ, ਉੱਥੇ ਖੜ ਕੇ ਉਹਨਾਂ ਨੂੰ ਅੱਗ ਲਾਤੀ ਤੇ ਪੱਤਰਕਾਰਾਂ ਸਾਹਮਣੇ ਫੋਟੋ ਲਗਾ। ਗੱਲ ਖਤਮ। ਮੈਨੂੰ ਇੱਕ ਦੱਸ ਦਿਓ, ਕੋਈ ਇੱਕੋ ਦਾ ਫਾਇਦਾ ਹੋਇਆ ਹੋਵੇ ਉਸ ਬਿਜਲੀ ਅੰਦੋਲਨ ਦਾ, ਜਿਹੜਾ ਇਹ ਹੁਣ ਫੇਰ ਬੈਠ ਕੇ ਧਰਨੇ ਤੇ ਧਰਮਸੋਤ ਦੇ ਖਿਲਾਫ, ਤੇ ਮੈਨੂੰ ਤੁਸੀਂ ਦੱਸ ਦਿਓ ਕਦੇ ਕੋਈ ਐਸੀ ਫਾਈਟ ਹੋਈ ਆ ਸਰਕਾਰ ਨਾਲ? ਕਦੇ ਇਹ ਭਿੜੇ ਹੋਣ, ਇੱਕ ਸਾਈਡ ਤੇ ਜਾ ਕੇ ਬੈਠ ਜਾਂਦੇ ਆ ਦਰੀ ਵਿਛਾ ਕੇ, ਮੀਡੀਆ ਸਾਹਮਣੇ ਬਿਆਨ ਦੇ ਲਈ, ਗੱਲ ਖਤਮ। ਸੋ ਗੱਲ ਹੁੰਦੀ ਆ ਫਾਈਟ ਕਰਨ ਦੀ। ਦੇਖੋ ਉਹਦਾ ਰਿਜ਼ਲਟ ਨਿਕਲਣਾ ਕਿੱਦਾਂ ਨਿਕਲਣਾ, ਕਹੇ ਦਾ ਨਿਕਲਣਾ, ਬਾਅਦ ਦੀ ਗੱਲ। ਫਾਈਟ ਕਰਨਾ ਇੱਕ ਹੁੰਦੀ ਆ ਤੁਸੀਂ ਮੋੜ ਮੋੜ ਰਾਜਨੀਤੀ ਕਰਨੀ, ਕਾਗਜ਼ੀ ਪੱਤਰੀ ਰਾਜਨੀਤੀ। ਆਮ ਆਦਮੀ ਪਾਰਟੀ ਦੀ ਰਾਜਨੀਤੀ ਕਾਗਜ਼ੀ ਪੱਤਰੀ। ਪੈਟਰੋਲ ਡੀਜ਼ਲ ਨੇ ਮਨਮੋਹਨ ਸਿੰਘ ਜੀ ਉਹਨਾਂ ਦੀ ਪਾਰਟੀ ਨੂੰ ਵੀ ਲੈ ਕੇ ਬਹਿ ਗਏ ਸੀ ਇਹ ਤੇਲ ਨੇ ਜਿਹੜੇ। ਪਰ ਹੁਣ ਜਦੋਂ ਦੇਖਦੇ ਆ ਕਿ ਇੱਕ ਦਿਨ ਛੱਡ ਕੇ ਰੇਟ ਵੱਧ ਰਿਹਾ, ਕਦੇ ਪੈਟਰੋਲ ਕਦੇ ਡੀਜ਼ਲ, ਹਾਲਾਂਕਿ 100 ਦੇ ਨੇੜੇ ਲੱਗ ਗਿਆ, ਉਹਦੇ ਬਾਰੇ ਕੀ ਜਿਹੜਾ ਦੇਖਦੇ ਹੋ ਕਿ ਪਾਰਟੀਆਂ ਨੇ ਪਹਿਲਾਂ ਦੇਖਦੇ ਸੀਗੇ, ਵਿਰੋਧੀ ਧਿਰ ਵੀ ਜਿਹੜੀ ਗੱਲਬਾਤ ਕਰਦੀ ਹੁੰਦੀ ਸੀ, ਹੁਣ ਇਹ ਮੁੱਦੇ ਪਤਾ ਹੀ ਨਹੀਂ ਕਿੱਧਰ ਗਏ ਹੋਗੇ, ਉਹਦੇ ਬਾਰੇ ਕੀ ਸੋਚਦੇ? ਜੇ ਆਪਾਂ ਦੇਸ਼ ਦੇ ਵਿੱਚ ਵਿਰੋਧੀ ਧਿਰ ਦੀ ਗੱਲ ਕਰਦੇ ਆ, ਤਾਂ ਉਹ ਪੈਨ ਇੰਡੀਆ ਮੈਂ ਗੱਲ ਕਰ ਰਹੇ ਹਾਂ, ਤਾਂ ਉਹ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ। ਜਿਹੜੀ ਕਾਂਗਰਸ ਪਾਰਟੀ ਆ, ਉਹਦੇ ਹੁਣ ਹਾਲਾਤ ਇਹ ਹੋ ਚੁੱਕਿਆ ਕਿ ਦੇਸ਼ ਦੀਆਂ 2-3 ਸਟੇਟਾਂ ਦੇ ਵਿੱਚ ਉਹਨਾਂ ਦੀ ਗਵਰਨਮੈਂਟ ਪਾਰਟੀ, ਜਿਸ ਇੱਕ ਪੰਜਾਬ ਹੈ, ਇੱਕ ਰਾਜਸਥਾਨ ਹੈ, ਇੱਕ ਦੀ ਕੋਈ ਅਲਾਇੰਸ ਦੇ ਵਿੱਚ ਹੋਰ ਕੋਈ ਸਟੇਟ। ਸੋ ਗਾਂਧੀ ਪਰਿਵਾਰ ਦਾ ਆਪਦਾ ਇੰਨਾ ਮਾੜਾ ਹਾਲ ਹੋ ਚੁੱਕਿਆ ਰਾਜਨੀਤਿਕ ਤੌਰ ਤੇ। ਰਾਹੁਲ ਗਾਂਧੀ ਆਪਦੀ ਸੀਟ ਹਾਰ ਚੁੱਕੇ। ਜੇ ਮੈਂ 2019 ਦੀ ਚੋਣ ਦੀ ਗੱਲ ਕਰਾਂ, ਤਾਂ ਰਾਹੁਲ ਗਾਂਧੀ ਆਪਦੀ ਜਿਹੜੀ ਉਹਨਾਂ ਦੀ ਫੈਮਿਲੀ ਸੀਟ ਰਹੀ ਆ ਅਮੇਠੀ,
ਜਿੱਥੋਂ ਉਹਨਾਂ ਨੇ ਸੀਟ ਲੜੀ ਤੇ ਉਹ ਸਮ੍ਰਿਤੀ ਇਰਾਨੀ ਤੋਂ ਹਾਰੇ ਤੇ ਭੱਜ ਕੇ ਚਲੇ ਗਏ ਕੇਰਲਾ, ਵਾਇਨਾਡ ਜਿਹੜੀ ਉਹਨਾਂ ਨੇ ਐਮਪੀ ਜਿੱਥੋਂ ਹੁਣ ਮੌਜੂਦਾ ਸੰਸਦ ਹੈ। ਤੇ ਜਦੋਂ ਹੁਣ ਉੱਥੇ ਐਮਐਲਏ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਵੱਡੀ ਗਿਣਤੀ ਦੇ ਵਿੱਚੋਂ ਰਾਹੁਲ ਗਾਂਧੀ ਦੇ ਲੋਕ ਸਭਾ ਹਲਕੇ ਦੇ ਵਿੱਚੋਂ ਵੱਡੀ ਗਿਣਤੀ 'ਚ ਜਿਹੜੇ ਕਾਂਗਰਸ ਦੇ ਐਮਐਲਏ ਸੀ, ਵਿਧਾਨ ਸਭਾ ਸੀਟਾਂ ਦੇ ਅੰਦਰ ਆਉਂਦੀਆਂ ਸੀ, ਉਹ ਵੱਡੀ ਗਿਣਤੀ 'ਚ ਹਾਰੇ ਆ। ਬਹੁਤ ਬੁਰਾ ਹਾਲ ਹੋਇਆ। ਸੋ ਗਾਂਧੀ ਪਰਿਵਾਰ ਦੇ ਇਹ ਹਾਲਾਤ ਹੋ ਚੁੱਕੇ ਆ ਕਿ ਉਹ ਆਪਣੀਆਂ ਸੀਟਾਂ ਬਚਾਉਣ ਦੇ ਸਮਰੱਥ ਨਹੀਂ ਰਹੇ। ਕਾਂਗਰਸ ਜਿਹੜੀ ਆ ਉਹ ਬਿਲਕੁਲ ਹਾਸ਼ੀਏ ਤੇ ਜਾ ਚੁੱਕੀ ਹੈ। ਜਦੋਂ ਹੁਣ ਇੱਕ ਓਪੋਜੀਸ਼ਨ ਆਪ ਹੀ ਹਾਸ਼ੀਏ ਤੇ ਚਲੀ ਗਈ ਤੇ ਉਹਨਾਂ ਨੇ ਕੀ ਲੋਕਾਂ ਦੇ ਮੁੱਦੇ ਉਠਾਉਣੇ ਆ, ਉਹ ਤਾਂ ਉਹੀ ਹਾਲ ਆ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ, ਉਹੀ ਹਾਲ ਕੇਂਦਰ ਦੇ ਵਿੱਚ ਜਿਹੜਾ ਕਾਂਗਰਸ, ਸੇਮ ਹਾਲਾਤ ਨੇ। ਦੋਏ ਬਸ ਖਾਨਾ ਪੂਰਤੀ ਦੀ ਓਪੋਜੀਸ਼ਨ ਹੈ, ਕਰਾਉਣ ਤੇ ਕੁਛ ਮਾਨ ਸਾਹਿਬ ਕੀ ਆਮ ਜਨਤਾ ਹੈ ਜਿਹੜੀ ਉਹ ਕੀ ਕਰੇ? ਨਿਤ ਦਿਨ ਮਹਿੰਗਾਈ ਹੈ, ਨਿਤ ਦਿਨ ਕੋਈ ਨਾ ਕੋਈ ਮਸਲਾ ਹੈ, ਕੁਝ ਸਰਕਾਰਾਂ ਸੁਣ ਨਹੀਂ ਰਹੀਆਂ, ਅਫਸਰਸ਼ਾਹੀ ਬੇਲਗਾਮ ਹੈ, ਕੋਈ ਸੁਣ ਨਹੀਂ ਰਿਹਾ। ਕਰੋਨਾ ਕਾਲ ਨੂੰ ਲੈ ਕੇ ਸਰਕਾਰ ਆਪਾਂ ਦੇਖਦੇ ਹਾਂ ਕਿ ਹੁਣ ਤਾਂ ਚਲੋ ਇਹਨੂੰ ਖੋਲ੍ਹਿਆ ਜਾ ਰਿਹਾ ਹੈ ਤੇ ਲੋਕ ਜਕੜੇ ਬੈਠੇ ਨੇ, ਕੰਮ ਕਾਰ ਖਤਮ ਨੇ ਤੇ ਵਿਰੋਧੀ ਧਿਰ ਆਪਣੀ ਭੂਮਿਕਾ ਨਹੀਂ ਨਿਭਾ ਰਹੀ। ਕਿਸ ਤਰ੍ਹਾਂ ਦਾ ਜਿਹੜਾ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦਾ ਇਹ ਰਹੂਗਾ? ਲੋਕ ਆਪਣੀ ਨਾਰਾਜ਼ਗੀ ਵੋਟਾਂ ਦੇ ਥਰੂ ਹੀ ਜ਼ਾਹਰ ਕਰਨਗੇ ਜਾਂ ਹੋਰ ਵੀ ਇਹਦਾ ਕੋਈ ਆਪਾਂ ਬਦਲ ਹੋ ਸਕਦਾ? ਇਹਦਾ ਇੱਕੋ ਤਰੀਕਾ ਜਿਹੜਾ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਲੋਕਾਂ ਕੋਲੇ ਆਪਦੀ ਗੱਲ ਦਾ ਜਵਾਬ ਦੇਣ ਦਾ ਇੱਕੋ ਤਰੀਕਾ ਹੁੰਦਾ, ਹੈਗਾ ਵੋਟ। ਲੋਕਾਂ ਨੂੰ ਚਾਹੀਦਾ ਕਿ ਹੁਣ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਹੁਣ ਸਮਾਂ ਗਿਆ ਦਿੱਲੀ ਵਾਲਾ। ਦਿੱਲੀ ਪੰਜਾਬ ਦੀ ਨਾ ਕਦੇ ਇਤਿਹਾਸ ਚੱਕ ਕੇ ਦੇਖ ਲਓ, ਨਾ ਸਖਤੀ ਹੋਈ ਆ ਤੇ ਨਾ ਹੋਣਾ। ਹੁਣ ਤਾਂ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਸਾਨੂੰ ਇੱਕ ਸਟਰੋਂਗ ਰੀਜਨਲ ਫੋਰਸ ਚਾਹੀਦੀ ਆ ਪੰਜਾਬ ਦੇ ਵਿੱਚ, ਤਾਂ ਕਿ ਅਸੀਂ ਦਿੱਲੀ ਨਾਲ ਘੱਟੋ ਘੱਟ ਲੜਾਈ ਤਾਂ ਲੜ ਸਕੀਏ ਨਾ। ਠੀਕ ਹੈ, ਕੇਂਦਰ ਦੀ ਸਰਕਾਰਾਂ ਬਹੁਤ ਪਾਵਰਫੁਲ ਹੁੰਦੀਆਂ, ਪਰ ਮਮਤਾ ਬੈਨਰਜੀ ਜਾਂ ਹੋਰ ਐਸੇ ਬਹੁਤ ਸਾਰੇ ਲੀਡਰ ਦੇਸ਼ ਦੇ ਵਿੱਚ ਹੈਗੇ ਆ ਜਿਹੜੇ ਆਪਣੇ ਸਟੇਟ ਦੇ ਵਿੱਚ ਲੜਾਈ ਲੜ ਰਹੇ ਆ, ਔਰ ਲੋਕ ਕਿਤੇ ਨਾ ਕਿਤੇ ਉਹਨਾਂ ਤੋਂ ਜਿਹੜੇ ਆ ਸੰਤੁਸ਼ਟ ਵੀ ਹੈਗੇ ਆ, ਇਸ ਲਈ ਉਹਨਾਂ ਨੂੰ ਵਾਰ-ਵਾਰ ਸੱਤਾ ਵੀ ਦਿੰਦੇ ਆ। ਸੋ ਲੋਕਾਂ ਨੂੰ ਚਾਹੀਦਾ ਹੁਣ ਇੱਕ ਖੇਤਰੀ ਪਾਰਟੀ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਇਕਲੌਤੀ ਲੋਕ ਇਨਸਾਫ ਪਾਰਟੀ ਹੈ, ਜਿਹਦੇ ਕੋਲੇ ਆਪਦਾ ਇਲੈਕਸ਼ਨ ਸਿੰਬਲ ਹੈ, ਜਿਹਦੇ ਕੌਂਸਲਰ ਤੋਂ ਲੈ ਕੇ ਪੰਚ ਸਰਪੰਚ ਐਮਐਲਏ ਤੱਕ ਇੱਕ ਕਾਡਰ ਹੈਗਾ। ਬਾਕੀ ਜਿਹੜੇ ਕੁਝ ਦਲ ਹੈਗੇ ਆ ਜਿਨ੍ਹਾਂ ਦਾ ਹਜੇ ਜਿਹੜੇ ਰਜਿਸਟਰਡ ਵੀ ਨਹੀਂ ਹੋਏ। ਸੋ ਇਕਲੌਤੀ ਅੱਜ ਦੀ ਡੇਟ ਸਾਡੇ ਕੋਲ ਇੱਕੋ ਪਾਰਟੀ ਹੈਗੀ ਆ। ਲੋਕ ਸਾਥ ਦੇਣ, ਜਿਸ ਤਰੀਕੇ ਪਹਿਲਾਂ ਲੋਕ ਇਨਸਾਫ ਪਾਰਟੀ ਨੇ ਗਰਾਊਂਡ ਤੇ ਲੜਾਈ ਲੜੀ ਆ। ਮੈਂ ਪਹਿਲਾਂ ਕਹਿ ਕੇ ਹਟਾ, ਹਰੇਕ ਮੁੱਦੇ ਤੇ ਅਸੀਂ ਗਰਾਊਂਡ ਤੇ ਲੜਾਈ ਲੜੀ। ਜਿਹੜੇ ਕਾਲੇ ਕਾਨੂੰਨਾਂ ਦੀ ਗੱਲ ਹੁੰਦੀ ਆ ਤਾਂ ਲੜਾਈ ਸਭ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਨੇ ਸ਼ੁਰੂ ਕੀਤੀ। ਉਦੋਂ ਚਾਹੇ ਕਾਂਗਰਸ ਵਾਲੇ ਆ ਤੇ ਚਾਹੇ ਅਕਾਲੀ ਆ, ਇਹ ਕਹਿੰਦੇ ਹੁੰਦੇ ਸੀ ਕਿ ਯਾਰ ਇਹ ਰਾਜਨੀਤੀ ਕਰ ਰਿਹਾ ਫਲਾਣਾ ਧਮਕਾਣਾ, ਤੇ ਅੱਜ ਉਹੀ ਲੜਾਈ ਜਿਹੜੀ ਉਦੋਂ ਸ਼ੁਰੂ ਕੀਤੀ ਸੀ। ਅੱਜ ਕੁੱਲ ਪੰਜਾਬ ਦਾ ਕੀ ਕੁੱਲ ਹਿੰਦੁਸਤਾਨ ਦਾ ਜਿਹੜਾ ਕਿਸਾਨ ਆ ਦਿੱਲੀ ਬਾਰਡਰਾਂ ਤੇ ਬੈਠੇ, ਉਹੀ ਮੁੱਦਿਆਂ ਨੂੰ ਸਭ ਤੋਂ ਪਹਿਲੀ ਸ਼ੁਰੂਆਤ ਕੀਤੀ। ਔਰ ਉਹ ਵੀ ਬੜੇ, ਇਹ ਨਹੀਂ ਕਿ ਅਖਬਾਰਾਂ 'ਚ ਬਿਆਨ ਲਾ ਕੇ ਸਾਥ 5 ਦਿਨ ਦੀ ਸਾਈਕਲ ਯਾਤਰਾ ਆਹੀ ਦਿਨ ਸੀ ਕਿ ਗਰਮੀਆਂ ਜਦੋਂ ਸ਼ੁਰੂ ਕੀਤੀ ਸੀ। ਸੜਕਾਂ ਰਾਤਾਂ ਦੇ ਮਤਲਬ ਰਾਤਾਂ ਸੜਕਾਂ ਦੇ ਕਿਨਾਰਿਆਂ ਤੇ ਕੱਟੀਆਂ, ਭੁੰਜੇ ਸੌਂਦੇ ਸੀ ਦੁਨੀਆ ਪਿਸ਼ਾਬ। ਜੇ ਅਸੀਂ ਚਾਹੁੰਦੇ ਆ ਦਿਨ 'ਚ ਤਪਦੀ ਗਰਮੀ ਦੇ ਵਿੱਚ ਸਾਈਕਲ ਚਲਾਉਣਾ, ਸਾਈਕਲ ਯਾਤਰਾ, ਤਾਂ ਕਿ ਲੋਕ ਅਟਰੈਕਟ ਹੋ ਸਕਣ, ਲੋਕਾਂ ਨੂੰ ਪਤਾ ਲੱਗ ਜੇ ਕਿਤੇ ਕਾਸ਼ ਲੋਕ ਉਦੋਂ ਤੁਰੇ ਹੁੰਦੇ ਜਿਹੜੇ ਰਾਹ ਹੁਣ ਤੁਰੇ ਆ ਨਾ, ਜੇ ਕਿਤੇ ਉਦੋਂ ਤੁਰੇ ਹੁੰਦੇ ਤਾਂ ਇਹ ਕਾਲੇ ਕਾਨੂੰਨ ਕੁਛ ਨਹੀਂ ਸੀ ਬਣਨਾ ਇਹਨਾਂ ਦਾ, ਇਹ ਕਾਲੇ ਕਾਨੂੰਨ ਰੱਦ ਹੋ ਗਏ ਹੁੰਦੇ, ਕਿਉਂਕਿ ਉਦੋਂ ਇਹ ਜਿਹੜੇ ਕਾਨੂੰਨ ਸੀਗੇ ਇਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਨਹੀਂ ਸੀ। ਸੋ ਇਸ ਤਰੀਕੇ ਜੇ ਕਿਤੇ ਲੋਕ ਹੁਣ ਸਾਥ ਦੇਣ ਤਾਂ ਦੱਸਾਂਗੇ ਜ਼ਰੂਰ ਵੀ ਰਾਜਨੀਤੀ ਕਹਿੰਦੀ ਕਿਹਨੂੰ। ਪੋਜ਼ਿਟਿਵ ਜਿਹੜੀ ਪੋਲਿਟਿਕਸ ਆ, ਵਾਹਿਗੁਰੂ ਕਿਰਪਾ ਕਰੇ ਅਸੀਂ ਇੱਕ ਐਗਜ਼ਾਮਪਲ ਸੈੱਟ ਕਰ ਦਿਆਂਗੇ। ਮਾਨ ਸਾਹਿਬ, 22 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਹੁਣ ਭਲਕੇ ਅਰਵਿੰਦ ਕੇਜਰੀਵਾਲ ਨੇ ਵੀ, ਆਮ ਆਦਮੀ ਪਾਰਟੀ ਨੇ ਵੀ, ਸਾਨੂੰ ਨਜ਼ਰ ਆ ਰਿਹਾ ਹੈ ਕਿ ਹਲਚਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਇੱਕ ਵੱਡੀ ਜਿਹੜੀ ਖੇਤਰੀ ਪਾਰਟੀ ਹੈ ਉਹ ਲੋਕ ਇਨਸਾਫ ਪਾਰਟੀ ਹੈ। ਕਿਵੇਂ ਲੱਗਦਾ ਭਵਿੱਖ ਅਲਾਈਅੰਸ ਹੈ ਜਿਹੜਾ ਉਹ ਕਿਹੜੀ ਪਾਰਟੀ ਨਾਲ ਹੋ ਸਕਦਾ ਹੈ? ਕਿੱਥੇ ਜੇ ਲੱਗ ਰਹੀ ਹੈ ਲੋਕ ਇਨਸਾਫ ਪਾਰਟੀ? ਕੀ ਸੋਚਦੀ ਹੈ ਇਹਦੇ ਬਾਰੇ? ਦਵਿੰਦਰ ਜੀ, ਮੈਂ ਪਾਰਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਂ। ਸਾਡੀ ਸਾਰੀ ਕੋਰ ਕਮੇਟੀ ਹੈ
ਅਸੀਂ ਅਲਾਈਅੰਸ ਦਾ ਜਿਹੜਾ ਅਲਾਈਅੰਸ ਕਿਹਦੇ ਨਾਲ ਕਰਨਾ ਕਿਹਦੇ ਨਾਲ ਨਹੀਂ ਕਰਨਾ, ਅਸੀਂ ਆਪਣੇ ਸਾਰੇ ਅਧਿਕਾਰ ਸਰਦਾਰ ਸਿਮਰਜੀਤ ਸਿੰਘ ਬੈਂਸ ਨੂੰ ਦਿੱਤੇ। ਉਹਨਾਂ ਨੂੰ ਜਿਹੜਾ ਸਹੀ ਲੱਗਦਾ ਹੈ ਕਿ ਜਿਹੜੀ ਪਾਰਟੀ ਉਹਨਾਂ ਨੂੰ ਲੱਗਦਾ ਕਿ ਹਾਂ ਸਾਡੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਹੈਗੀਆਂ, ਟਰਮਸ ਐਂਡ ਕੰਡੀਸ਼ਨਸ ਆਉਂਦੀਆਂ ਨਹੀਂ ਹੈਗੀਆਂ, ਕੋਈ ਇਹ ਨਹੀਂ ਕਿ ਸਾਨੂੰ ਪੁਰਾਣੇ ਹਲਕੇ ਜੋ ਟਿਕਟ ਚਾਹੀਦੀ ਆ, ਉਹ ਟਰਮਸ ਐਂਡ ਕੰਡੀਸ਼ਨਸ ਨਹੀਂ, ਪੰਜਾਬ ਦੇ ਮੁੱਦਿਆਂ ਦੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ, ਕਿਉਂਕਿ ਸਾਡੀ ਰਾਜਨੀਤੀ ਬੜੀ ਕਲੀਅਰ ਰਹੀ ਹੈ। 2017 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੋਇਆ, ਪਰ ਜਦੋਂ ਵਿਕਰਮ ਮਜੀਠੀਆ ਤੋਂ ਕੇਜਰੀਵਾਲ ਸਾਹਿਬ ਬਿਨਾਂ ਸ਼ਰਤ ਮਾਫੀ ਮੰਗੇ ਤੇ ਫਿਰ 1 ਮਿੰਟ ਨਹੀਂ ਲਾਇਆ ਬੈਂਸ ਸਾਹਿਬ ਨੇ ਅਲਾਈਅੰਸ ਤੋਂ, ਕਿਉਂਕਿ ਅਸੀਂ ਮੁੱਦਿਆਂ ਤੇ ਪਹਿਰਾ ਦਿੰਦੇ ਹਾਂ ਠੋਕ ਕੇ। ਅਸੀਂ ਉਹ ਰਾਜਨੀਤੀ ਨਹੀਂ ਕਰਦੇ, ਮੈਂ ਪਹਿਲਾਂ ਕਹਿ ਕੇ ਹਟਿਆ, ਗੋਲ ਮੋੜ ਰਾਜਨੀਤੀ ਨਹੀਂ, ਭਗਵੰਤ ਮਾਨ ਵਾਲੀ ਰਾਜਨੀਤੀ ਨਹੀਂ ਹੈਗੀ ਵੀ ਉਦੋਂ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਫਿਰ ਚੁੱਪ ਚਪੀਤੇ ਬਿਨਾਂ ਕੋਈ ਲੋਕਾਂ ਨੂੰ ਸਪਸ਼ਟੀਕਰਨ ਦਿੱਤੇ ਆਪ ਹੀ ਪ੍ਰਧਾਨ ਬਣ ਗਿਆ। ਸੋ ਉਹ ਰਾਜਨੀਤੀ ਨਹੀਂ, ਜਿਹੜਾ ਅਸੀਂ ਜੋ ਕਹਿੰਦੇ ਉਹ ਕਰਕੇ ਦਿਖਾਓ। ਸੋ ਹੁਣ ਵੀ ਜਿਹੜੇ ਮੁੱਦਿਆਂ ਦੇ ਉੱਪਰ ਸਾਡਾ ਕਿਸੇ ਪਾਰਟੀ ਨਾਲ ਲਾਈਕ ਮਾਈਂਡਡ ਜ਼ਿਆਦਾ ਲੋਕ ਇਕੱਠੇ ਹੋ ਜਾਣ, ਜਾਂ ਫਿਰ ਜੇ ਕਿਸੇ ਵੱਡੀ ਪਾਰਟੀ ਨਾਲ ਵੀ ਸਾਨੂੰ ਅਲਾਈਅੰਸ ਕਰਨਾ ਪਿਆ ਤਾਂ ਉਹਦੇ ਨਾਲ ਪਹਿਲਾਂ ਕੁਝ ਮੁੱਦੇ ਪੰਜਾਬ ਦੇ ਜਿਹੜੇ ਮੇਨ ਆ, ਜਿਹੜੇ ਪੰਜਾਬ ਦੀ ਹੋਂਦ ਦੇ ਮੁੱਦੇ ਆ, ਉਹਨਾਂ ਦੇ ਉੱਪਰ ਪਬਲਿਕਲੀ ਲੋਕਾਂ ਦੇ ਵਿੱਚ ਬੈਠ ਕੇ ਪਹਿਲਾਂ ਉਹਦੇ ਦੀ ਸਹਿਮਤੀ ਹੋਊਗੀ, ਫਿਰ ਜਿਹੜਾ ਅਲਾਈਅੰਸ ਕਰੇ। ਮਾਨ ਸਾਹਿਬ, ਕਿਉਂਕਿ 22 ਦੀਆਂ ਤਿਆਰੀਆਂ ਸਾਰੀਆਂ ਪਾਰਟੀਆਂ ਰੁੱਝ ਗਈਆਂ ਨੇ, ਲੋਕ ਇਨਸਾਫ ਪਾਰਟੀ ਦੀ ਕਿੰਨੀ ਕੁ ਤਿਆਰੀ ਹੈ ਤੇ ਕਿਹੋ ਜਿਹੀ? ਸਾਡੀ ਤਿਆਰੀ 117 ਹਲਕਿਆਂ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਬਹੁਤ ਸੋਹਣੀ ਚੱਲ ਰਹੀ ਹੈ। ਪਿਛਲੇ ਦਿਨੀ ਅਸੀਂ ਲੋਕ ਇਨਸਾਫ ਪਾਰਟੀ ਜ਼ਿਲ੍ਹਾ ਸੰਗਰੂਰ ਦਾ ਢਾਂਚਾ, ਨਵਾਂ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ, ਢਾਂਚਾ ਭੰਗ ਕੀਤਾ ਗਿਆ। ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਵਿਦਨ ਸਮ ਡੇਜ਼ ਔਰ ਲੈਸ ਦੈਨ ਅ ਵੀਕ, ਇੱਕ ਹਫ਼ਤੇ ਤੋਂ ਪਹਿਲਾਂ ਅਸੀਂ ਜ਼ਿਲ੍ਹਾ ਸੰਗਰੂਰ ਦਾ ਨਵਾਂ ਢਾਂਚਾ ਅਸੀਂ ਅਨਾਉਂਸ ਕਰਨ ਜਾ ਰਹੇ ਹਾਂ। ਰਹੀ ਗੱਲ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਅਸੀਂ ਇਕੱਲੇ ਜ਼ਿਲ੍ਹੇ ਨੂੰ ਫੋਕਸ ਕਰ ਰਹੇ ਹਾਂ, ਬਾਅਦ ਇਕੱਲੇ ਅਸੈਂਬਲੀ ਹਲਕੇ ਫੋਕਸ ਕਰ ਰਹੇ ਹਾਂ। ਮੀਟਿੰਗਾਂ ਦਾ ਦੌਰ ਜਾਰੀ ਹੈ, ਹਲਕਾ ਇੰਚਾਰਜਸ ਨਾਲ ਮੀਟਿੰਗ ਕੀਤੀ ਜਾ ਰਹੀ ਹੈ, ਫੀਡਬੈਕ ਲਈ ਜਾ ਰਹੇ ਆ, ਤੇ ਬੜੀ ਜਲਦੀ ਤੁਸੀਂ ਦੇਖੋਗੇ ਅਸੀਂ ਇੱਕ ਵੱਡੇ ਜਿਹੜੇ ਚਾਹੇ ਜ਼ਿਲ੍ਹਾ ਪੱਧਰੀ, ਕਿਉਂਕਿ ਹਜੇ ਕੋਵਿਡ ਕਰਕੇ ਪ੍ਰੋਬਲਮਸ ਆ ਰਹੀ, ਕੋਵਿਡ ਕਰਕੇ ਤੁਹਾਨੂੰ ਮੈਰਿਜ ਪੈਲੇਸਿਸ 'ਚ ਤੁਸੀਂ ਦਰਜ ਨਹੀਂ ਕਰ ਸਕਦੇ, ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ। ਸੋ ਤਾਂ ਕਰਕੇ ਜਿਹੜਾ ਰੈਲੀਆਂ ਦਾ, ਨੁੱਕੜ ਮੀਟਿੰਗਾਂ ਦਾ ਦੌਰ ਹੈ ਉਹ ਇਸ ਲਈ ਬੰਦ ਕੀਤਾ ਹੋਇਆ, ਬਟ ਅੰਦਰੋਂ ਮੀਟਿੰਗਸ ਜਿਹੜੀਆਂ ਜਾਰੀ ਨੇ, ਲੋਕਾਂ ਨਾਲ ਟੱਚ ਆ। ਬੜੀ ਜਲਦੀ ਜਿਹੜਾ ਢਾਂਚਾ ਅਨਾਉਂਸ ਕੀਤਾ ਜਾਏਗਾ, ਐਂਡ ਜਿਹੜਾ ਚੋਣ ਹੈ 2022 ਦੀ, ਬੜੀ ਗੱਜ ਵੱਜ ਕੇ ਬੜੇ ਜ਼ੋਰ ਸ਼ੋਰ ਨਾਲ ਲੜੀ ਹੈ। ਮਾਨ ਸਾਹਿਬ, ਪਿਛਲਾ ਸਮਾਂ ਜਦੋਂ 6 ਮਹੀਨੇ ਰਹਿੰਦੇ ਨੇ ਤਾਂ ਪਾਰਟੀਆਂ ਛੱਡਣ ਦਾ, ਪਾਰਟੀਆਂ ਬਦਲਣ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਦੂਜੇ ਦੀ ਕਿਸ਼ਤੀ 'ਚ ਸਵਾਰ ਹੋਣ ਦੇ ਜਿਹੜੇ ਸਮੇਂ ਨੇ ਉਹ ਵੀ ਨੇੜੇ ਆ ਚੁੱਕੇ ਨੇ। ਤੇ ਜਿਹੜੇ ਲੋਕ ਇਨਸਾਫ ਪਾਰਟੀ ਨਾਲ, ਜਿਹੜੇ ਨੌਜਵਾਨ, ਨਵੇਂ ਨੌਜਵਾਨ ਲੋਕ ਇਨਸਾਫ ਪਾਰਟੀ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਲਈ ਕੀ ਸੁਨੇਹਾ ਦਿਓ? ਜਿਹੜਾ ਆਦਮੀ ਜਿਹਦਾ ਕਿਰਦਾਰ ਸਾਫ਼ ਹੈ, ਜਿਹੜਾ ਕੋਈ ਟਿੰਟੜ ਬੰਦਾ ਨਹੀਂ ਹੈ, ਇਹ ਨਹੀਂ ਹੈਗਾ ਵੀ ਪਹਿਲਾਂ ਉਹ ਅਕਾਲੀਆਂ 'ਚ ਰਹਿ ਕੇ ਚਿੱਟਾ ਵੇਚਦਾ ਰਿਹਾ ਹੋਵੇ ਜਾਂ ਕਾਂਗਰਸੀਆਂ 'ਚ ਰਹਿ ਕੇ ਉਹਨੇ ਕੋਈ ਨਕਲੀ ਸ਼ਰਾਬ ਦਾ ਕਾਰੋਬਾਰ ਕੀਤਾ ਹੋਵੇ, ਕੋਈ ਐਸਾ ਵਿਅਕਤੀ ਨਹੀਂ। ਜਿਹੜੇ ਬੰਦੇ ਦੀ ਛਵੀ ਸਾਫ਼ ਸੁਥਰੀ ਆ, ਜਿਹੜਾ ਬੰਦਾ ਸਮਾਜ ਲਈ ਕੁਝ ਕਰਨਾ ਚਾਹੁੰਦਾ, ਜਿਹੜਾ ਪੰਜਾਬ ਦੇ ਲਈ ਸੱਚੇ ਦਿਲੋਂ ਹਮਦਰਦੀ ਰੱਖਦਾ, ਉਹ ਆਦਮੀ ਜਦੋਂ ਮਰਜ਼ੀ ਸਾਡੇ ਨਾਲ ਆ ਕੇ ਜੁੜ ਸਕਦਾ। ਮੋਸਟ ਵੈਲਕਮ, ਜੀ ਆਇਆਂ ਨੂੰ। ਪਰ ਟਿੰਟਡ ਲੋਕਾਂ ਲਈ ਕੋਈ ਜਗ੍ਹਾ ਨਹੀਂ। ਉਹ ਨਹੀਂ ਕਿ ਪਹਿਲਾਂ ਜਿਸ ਤਰੀਕੇ ਪਾਰਟੀਆਂ ਦੇ ਵਿੱਚ ਹੁੰਦਾ ਕਿ ਵੋਟਾਂ ਨੂੰ ਹੀ ਦੇਖਿਆ ਜਾਂਦਾ ਜਾਂ ਪੈਸੇ ਨੂੰ ਹੀ ਦੇਖਿਆ ਜਾਂਦਾ, ਉਹ ਤਰੀਕਾ ਨਹੀਂ। ਜਿਹੜੇ ਬੰਦੇ ਦਾ ਕਿਰਦਾਰ ਸਹੀ ਆ, ਲੋਕਾਂ ਲਈ ਜਿਹੜਾ ਲੜਨ ਦੀ ਸਮਰੱਥਾ ਰੱਖਦਾ, ਉਹ ਬੰਦੇ ਨੂੰ ਜੀ ਆ। ਮਾਨ ਸਾਹਿਬ, ਹਲਕਾ ਸੰਗਰੂਰ ਦੇ ਨੌਜਵਾਨਾਂ ਲਈ, ਉਹਨਾਂ ਲਈ ਕੋਈ ਆਫਿਸ ਖੁੱਲ ਰਿਹਾ, ਕਿਉਂਕਿ ਜ਼ਿਲ੍ਹਾ ਪ੍ਰਧਾਨ ਵੀ ਹੁਣ ਐਕਟਿਵ ਹੋ ਚੁੱਕੇ ਨੇ, ਉਹਨਾਂ ਦੀਆਂ ਕਿਵੇਂ ਤਿਆਰੀਆਂ ਜਿਹੜੀਆਂ ਚੱਲਦੀਆਂ? ਵਿਦਨ ਸਮ ਡੇਜ਼, ਥੋੜੇ ਦਿਨਾਂ ਦੇ ਵਿੱਚ ਹੀ ਤੁਹਾਡੇ ਸਾਹਮਣੇ ਸਾਰਾ ਕੁਝ ਆ ਚੁੱਕਾ। ਬਕਾਇਦਾ ਹੈਲਪਲਾਈਨ ਨੰਬਰ, ਸਾਰੀਆਂ ਤਿਆਰੀਆਂ ਹੋ ਚੁੱਕੀਆਂ। ਮੈਂ ਤੁਹਾਨੂੰ ਦੱਸਿਆ ਪਹਿਲਾਂ ਕੋਵਿਡ ਕਰਕੇ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਆ ਰਹੀਆਂ ਸੀਗੀਆਂ। ਸੋ ਬਹੁਤ ਜਲਦੀ ਦਫ਼ਤਰ ਵੀ ਖੁੱਲ੍ਹਣ ਜਾ ਰਿਹਾ, ਲੋਕਾਂ ਦੀਆਂ ਸਮੱਸਿਆਵਾਂ ਬੈਂਸ ਸਾਹਿਬ ਦੀ ਤਰਜ਼ ਦੇ ਉੱਪਰ ਹਲਕੇ ਦੇ ਵਿੱਚ ਸੁਣੀਆਂ ਜਾਣਗੀਆਂ ਤੇ ਉਹਨਾਂ ਦਾ ਹੱਲ ਕੱਢਿਆ ਜਾਊਗਾ। ਹਲਕੇ ਦੇ ਲੋਕਾਂ ਲਈ ਹੁਣ ਵੀ ਸਾਡੀ ਹੈਲਪਲਾਈਨ ਨੰਬਰ ਹੈਗਾ ਹੀ ਹੈ, ਜਿਹਨੂੰ ਮੈਂ ਖੁਦ ਵੀ ਡੀਲ ਕਰਦਾ, ਮੇਰੀ ਟੀਮ ਵੀ ਡੀਲ ਕਰਦੀ ਹੈ।
ਮੋਸਟ ਵੈਲਕਮ, ਕੋਈ ਪ੍ਰੋਬਲਮ ਨਹੀਂ। ਲੋਕਾਂ ਨੂੰ ਹੁਣ ਵੀ ਜਿਹੜੇ ਕੰਮ ਹੁੰਦੇ ਆ ਮੇਰੇ ਇੱਥੇ ਰੈਜ਼ੀਡੈਂਸ ਦੇ ਉੱਪਰ ਆ ਕੇ ਲੋਕ ਕਰਵਾਉਂਦੇ ਆ, ਕੋਈ ਐਸੀ ਪ੍ਰੋਬਲਮ ਨਹੀਂ ਹੈ। ਬੜੀ ਜਲਦੀ ਜਿਹੜਾ ਦਫ਼ਤਰ ਖੋਲ੍ਹ ਕੇ ਵੀ ਉਹਨਾਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਊਗਾ। ਉਹਦੇ ਨਾਲ ਨੋ ਡਾਊਟ ਜਦੋਂ ਦਫ਼ਤਰ ਖੋਲ੍ਹਦਾ ਬੋਰਡ ਲੱਗਦੇ ਆ ਤਾਂ ਆਮ ਲੋਕਾਂ ਨੂੰ, ਜਿਹੜੇ ਗੈਰ ਰਾਜਨੀਤਿਕ ਲੋਕ ਆ ਜਾਂ ਜਿਨ੍ਹਾਂ ਦੇ ਲਿੰਕਸ ਨਹੀਂ ਹੈਗੇ, ਉਹਨਾਂ ਨੂੰ ਆਉਣਾ ਬੜਾ ਸੌਖਾ ਹੋ ਜਾਂਦਾ। ਬਹੁਤ ਜਲਦੀ ਸੰਗਰੂਰ ਦੀ ਭਵਾਨੀਗੜ੍ਹ ਦੀ ਦਫ਼ਤਰ ਜਿਹੜਾ ਖੁੱਲ੍ਹੇਗਾ। ਧੰਨਵਾਦ ਜੀ। ਸੋ ਬੇਬਾਕ ਗੱਲਬਾਤ ਕੀਤੀ ਹੈ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਕੌਮੀ ਪ੍ਰਧਾਨ ਤੇ ਹਲਕਾ ਸੰਗਰੂਰ ਦੇ ਇੰਚਾਰਜ ਤਰਵਿੰਦਰ ਸਿੰਘ ਮਾਨ ਨੇ। ਸੁਨੇਹਾ ਵੀ ਦਿੱਤਾ ਉਹਨਾਂ ਨੇ ਨੌਜਵਾਨਾਂ ਨੂੰ ਕਿ ਸਮਾਂ ਆ ਗਿਆ ਹੈ, ਲੋਕ ਇਨਸਾਫ ਪਾਰਟੀ ਨਾਲ ਜੁੜੋ ਤਾਂ ਕਿ ਪੰਜਾਬ ਦੇ ਵਿੱਚ ਇੱਕ ਹੋਰ ਬਦਲ ਹੈ ਜਿਹੜਾ ਉਹਨੂੰ ਮੌਕਾ ਮਿਲ ਸਕੇ। ਸੋ ਅਗਲੀ ਵਾਰ ਇੱਕ ਹੋਰ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ ਤੇ ਪੰਜਾਬ ਦੇ ਭਖਦੇ ਮਸਲਿਆਂ ਤੇ ਮੁੜ ਵਿਚਾਰ ਚਰਚਾ ਕਰਾਂਗੇ। ਤਦ ਤੱਕ ਦਿਓ ਇਜਾਜ਼ਤ। ਮੈਂ ਗੁਰਵਿੰਦਰ ਸਿੰਘ ਰੋਮੀ, ਕੈਮਰਾਮੈਨ ਰਸ਼ਪਿੰਦਰ ਸਿੰਘ ਪ੍ਰਿੰਸ ਦੇ ਨਾਲ। ਧੰਨਵਾਦ।